ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਸਾਹਿਬ ਜੀਓ ਮਹਾਰਾਜ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਤਾਰਨ ਤਰਨ ਸਮਰਥ ਕਲਯੁਗ। ਸੁਨਤ ਸਮਾਦ ਸ਼ਬਦ ਜਿਸ ਕੇਰੇ, ਫੁਨ ਦੁਖਨ ਨਾਸ ਸੁਖਦਾਇਕ ਸੂਰੋ। ਜੋ ਧਰਤ ਧਿਆਨ ਬਸਤ ਤਹ ਨੇਰੇ, ਪੂਰੋ ਪੁਰਖ ਹਿਰਦੈ ਹਰਿ ਸਿਮਰਤ। ਮੁਖ ਦੇਖਤ ਅਗ ਜਾਹੇ ਪਰੇਰੇ, ਜੋ ਹਰ ਬੁੱਧ ਰਿਦ ਸਿਧ ਚਾਹਤ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਪਰਤਖ ਦੇ ਪਾਰ ਬ੍ਰਹਮ ਸੁਆਮੀ। ਆਦ ਰੂਪ ਪੋਖਣ ਭਰਣੰ, ਸਤਿਗੁਰ ਗੁਰ ਸੇਵ ਅਲਖ ਗਤ ਜਾਕੀ। ਸ੍ਰੀ ਰਾਮਦਾਸ ਤਾਰਨ ਤਰਣੰ, ਸੋ ਕਹੋ ਟਾਲ ਗੁਰ ਸੇਵੀਐ। ਅਹਨਸ ਸਹਿਜ ਸੁਭਾਇ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦਾ ਸ਼ਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾਂ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਦੂਜਾ ਅਸ਼ਟਪਦੀਆ। ਇਕ ਓੰਕਾਰ, ਸਤਿਗੁਰ ਪ੍ਰਸਾਦ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ। ਪੰਚ ਜਨਾਸਿਓ ਸੰਗ ਨਾ ਛੁਟਕਿਓ, ਆਦਿਕ ਅਹੰ ਬੁੱਧ ਬਾਧੇ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ। ਪੰਚ ਜਨਾਸਿਓ ਸੰਗ ਨਾ ਛੁਟਕਿਓ, ਆਦਿਕ ਅਹੰ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਣ ਨਾ ਜਾਏ,
ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸੁਆਮੀ ਕਾ ਦੁਆਰਾ। ਦੀਜੈ ਬੁੱਧ ਬਵੇਕਾ, ਪਿਆਰੇ ਇਨ ਬਿਦ ਮਿਲਨ ਨਾ ਜਾਈ। ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸੁਆਮੀ ਕਾ ਦੁਆਰਾ। ਦੀਜੈ ਬੁੱਧ ਬਵੇਕਾ, ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਗਰੀਬ ਨਵਾਜ ਸਤਿਗੁਰੂ, ਹਸਤੀਏ ਮੁਕੱਦਸ ਖਸਮੇ ਖਲਕਤ, ਤਖਤ ਚਵਰ ਛਤਰ ਦੇ ਮਾਲਕ, ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਕ ਪਵਿੱਤਰ ਮੁਬਾਰਕ ਚਰਨਾਂ ਕਮਲਾਂ ਵਿੱਚ ਪ੍ਰੇਮ ਦੀਆਂ ਤੰਦਾਂ ਪਾ ਕੇ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪੋ ਆਪਣੀ ਆਤਮਾ ਦੇ ਭਲੇ ਲਈ ਔਰ ਸੁਰਤ ਨੂੰ ਗੁਰ ਸ਼ਬਦ ਵਿਚਾਰ ਨਾਲ ਜੋੜਨ ਵਾਸਤੇ ਸਰਦਾ ਭਾਵਨਾ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਕੀਤੀ ਹੈ। ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ, ਆਦਿ ਰੂਪ ਪੋਖਣ ਭਰਣੰ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਨ ਤਰਣੰ। ਨਿਰੰਕਾਰ ਦਾ ਸਾਖਿਆਤ ਰੂਪ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ। ਜਿਨ੍ਹਾਂ ਆਏ ਹੋਏ ਮੁਖ ਵਾਕ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਬਾਣੀ ਪੜ੍ਹਨ ਦਾ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ। PTC ਚੈਨਲ ਦੇ ਮਾਧਿਅਮ ਰਾਹੀਂ ਦੇਸ਼ ਪ੍ਰਦੇਸ਼ ਦੀਆਂ ਬਹੁਤ ਸਾਰੀਆਂ ਸੰਗਤਾਂ ਜੋ ਗੁਰਚਰਨਾਂ ਨਾਲ ਪਿਆਰ ਰੱਖਦੀਆਂ ਨੇ, ਸਭ ਜੁੜ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਆਓ ਸਤਿਗੁਰਾਂ ਜੋ ਮੁਖ ਵਾਕ ਬਖਸ਼ਿਸ਼ ਕੀਤੇ ਨੇ, ਆਏ ਮੁਖ ਵਾਕ ਦੀ ਵਿਚਾਰਧਾਰਾ ਕਥਨ ਕਰਕੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਦੂਜਾ ਅਸ਼ਟਪਦੀਆ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਨਾਵੇਂ ਰਾਗ ਸੋਰਠ ਰਾਗ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਪਾਕ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਨਾਲ ਹਦਾਇਤ ਕਰਦੇ ਆ ਕਿ ਜਿਨ੍ਹਾਂ ਸੁਰ ਸਰਗਮ ਦੇ ਗਿਆਨੀ ਰਾਗੀ ਸਾਹਿਬਾਨਾਂ ਨੇ ਇਸ ਸ਼ਬਦ ਦਾ ਕੀਰਤਨ ਗਾਇਨ ਕਰਨਾ, ਉਹਨਾਂ ਨੂੰ ਹਦਾਇਤ ਆ ਕਿ ਇਸ ਸ਼ਬਦ ਨੂੰ ਦੂਜੇ ਘਰ ਵਿੱਚ ਹੀ ਗਾਉਣ। ਅਸ਼ਟਪਦੀਆਂ ਇਸ ਸ਼ਬਦ ਦੀਆਂ ਅਸ਼ਟਪਦੀਆਂ ਭਾਵ 8 ਪਦੇ ਆ। ਸਤਿਗੁਰਾਂ ਨੇ ਇਸ ਸ਼ਬਦ ਦੇ ਅੰਦਰ ਰਹਾਉ ਦੇ 2 ਬੰਦ ਜਿਹੜੇ ਆ ਉਚਾਰਨ ਕੀਤੇ ਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪਵਿੱਤਰ ਬਾਣੀ ਅੰਦਰ ਕੁਝ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਰਹਾਉ ਆਉਂਦਾ ਹੀ ਨਹੀਂ। ਕੁਝ ਸ਼ਬਦ ਐਸੇ ਜਿਨ੍ਹਾਂ ਵਿੱਚ ਇੱਕ ਪੰਕਤੀ ਤੋਂ ਰਹਾਉ ਆਉਂਦਾ ਹੈ।
ਬਹੁਤਾਤ ਉਹਨਾਂ ਸ਼ਬਦਾਂ ਦੀ ਜਿਨ੍ਹਾਂ 'ਚ ਪਹਿਲੀਆਂ ਦੋ ਪੰਕਤੀਆਂ ਤੋਂ ਰਹਾਉ ਆਉਂਦਾ ਹੈ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰ ਕੁਝ ਸ਼ਬਦ ਐਸੇ ਨੇ ਜਿਨ੍ਹਾਂ 'ਚ ਦੋ ਵਾਰ ਰਹਾਉ ਆਉਂਦਾ, ਜਿਹਦੇ ਅੰਤ ਵਿੱਚ ਰਹਾਉ ਦੂਜਾ ਲਿਖਿਆ ਹੁੰਦਾ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਕੁਝ ਸ਼ਬਦ ਉਹ ਵੀ ਨੇ ਜਿਨ੍ਹਾਂ ਵਿੱਚ ਚਾਰ ਰਹਾਉ ਆਉਂਦੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪਵਿੱਤਰ ਬਾਣੀ ਜੋ ਗੁਰੂ ਰਾਮਦਾਸ ਮਹਾਰਾਜ ਨੇ ਉਚਾਰਨ ਕੀਤੀ ਹੈ, ਵਣਜਾਰਾ ਨਾਮ ਦੀ ਬਾਣੀ ਹੈ, ਨਾਮੀ ਬਾਣੀ। ਉਸ ਸ਼ਬਦ ਅੰਦਰ 6 ਵਾਰ ਰਹਾਉ ਆਇਆ। ਸਾਰੀ ਬਾਣੀ ਅੰਦਰ ਇੱਕੋ ਸ਼ਬਦ ਐਸਾ ਬਾਣੀ ਦੇ ਰੂਪ ਅੰਦਰ ਜਿਹਦੇ ਵਿੱਚ 6 ਰਹਾਉ ਸਤਿਗੁਰਾਂ ਨੇ ਵਿਦਮਾਨ ਕੀਤੇ ਆ। ਤੋ ਇਸ ਜੋ ਅਸ਼ਟਪਦੀ ਦੇ ਰੂਪ ਅੰਦਰ ਸ਼ਬਦ ਆਇਆ ਦੇ ਅੰਦਰ 2 ਰਹਾਉ ਨੇ। ਤੇ ਸਤਿਗੁਰਾਂ ਨੇ ਸਾਨੂੰ ਇਹ ਬਖਸ਼ਾਂ ਕੀਤੀਆਂ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੇ ਭਾਈ, ਇਹ ਸ੍ਰਿਸ਼ਟੀ ਦੀ ਪੈਦਾਇਸ਼ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਏਕ ਕੁਆਵੈ ਤੇ ਸਭ ਹੋਆ। ਔਰ ਸਾਰੀ ਸ੍ਰਿਸ਼ਟੀ ਨੂੰ ਪੈਦਾਇਸ਼ ਕਰਕੇ ਉਹਨੂੰ ਪਾਲਣ ਵਾਲਾ ਅਕਾਲ ਪੁਰਖ ਵਾਹਿਗੁਰੂ ਵੀ ਇੱਕ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਉ ਪ੍ਰਤਪਾਲਕ। ਜਿਹੜੇ ਜੀਵ ਪਲੀ ਜਾਂਦੇ ਨੂੰ ਰਿਜ਼ਕ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਵੀ ਇੱਕ ਆ। ਸਾਰੀ ਸ੍ਰਿਸ਼ਟੀ ਨੂੰ ਲੈ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਇੱਕ ਆ। ਜਿਹੋ ਜਿਹੇ ਜੀਵਾਂ ਦੇ ਕਰਮ ਹੁੰਦੇ ਨੇ ਮਨਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ। ਅਗਲੇ ਜਨਮ ਦੇਣ ਵਾਲਾ ਵੀ ਵਾਹਿਗੁਰੂ ਇੱਕ ਆ। ਫਿਰ ਜਿਹੜੇ ਜੀਵਾਂ ਦੇ ਕਰਮ ਨੇਕ ਹੁੰਦੇ ਆ, ਪ੍ਰੇਮਾ ਭਗਤੀ ਦੇ ਸਹਿਤ ਹੁੰਦੇ ਆ, ਤੂੰ ਆਪੇ ਮੁਕਤ ਕਰਾਏਂਦਾ। ਇੱਕ ਨਿਮਕ ਘੜੀ ਕਰ ਖਿਆਲ। ਮੁਕਤੀ ਦੀ ਦਾਤ ਦੇਣ ਵਾਲਾ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਉਹਨੇ ਇੱਕ ਨੇ ਅਨੇਕਤਾ ਬਣਾਈ ਹੈ। ਸਾਡਾ ਸਾਰਿਆਂ ਦਾ ਆਕਾਰ ਬਣਾਇਆ। ਆਪ ਆਕਾਰ ਤੋਂ ਰਹਿਤ ਹੈ। ਸਾਡਾ ਆਕਾਰ ਬਣਿਆ ਹੁਕਮੀ ਹੋਵਣ ਆਕਾਰ। ਸਾਡਾ ਆਕਾਰ ਵਧਿਆ ਵੀ ਹੈ। ਜਨਮ ਵੇਲੇ ਛੋਟੇ ਸਾਂ, ਹੁਣ ਸਰੀਰ ਜਵਾਨ ਹੋ ਗਿਆ। ਹੌਲੀ ਹੌਲੀ ਹੁਣ ਵਡੇਪਾ ਆਏਗਾ, ਸਰੀਰ ਜਿਹੜਾ ਕੁੱਬਾ ਹੋਣਾ ਸ਼ੁਰੂ ਹੋ ਜਾਏਗਾ, ਆਕਾਰ ਘਟ ਜਾਏਗਾ। ਸਰੀਰ ਦਾ ਕੋਈ ਰੱਬ ਨਾ ਕਰੇ ਅੰਗ ਪੈਰ ਟੁੱਟ ਜਾਏ, ਜਦੋਂ ਜੁੜ ਜਾਂਦਾ ਫਿਰ ਛੋਟਾ ਹੋ ਜਾਂਦਾ। ਸਾਡੇ ਜਿਹੜੇ ਆਕਾਰ ਬਣੇ ਨੇ ਇਹ ਵਧੇ ਵੀ ਨੇ, ਘਟੇ ਹੋਣਗੇ ਵੀ, ਆਖਰ ਨੂੰ ਇੱਕ ਦਿਨ ਮਿਟ ਵੀ ਜਾਣਗੇ। ਸਾਡਾ ਭਾਰ ਵੀ ਵਧਿਆ ਤੇ ਭਾਰ ਵੀ ਘਟੇਗਾ। ਕਿਰਸਾਣੀ ਕਿਰਸਾਨ ਕਰ ਹੋਵੇ ਦੁਬਲਾ ਮੋਟਾ। ਮਨੁੱਖ ਦੇ ਕੋਲ ਖੁਸ਼ੀ ਹੋਵੇ ਭਾਰ ਵੱਧ ਜਾਂਦਾ। 4 ਦਿਨ ਗਮਾਂ ਦੀ ਜ਼ਿੰਦਗੀ ਆ ਜਾਏ, ਫਿਕਰ ਨਾ ਰੋਟੀ ਨਾ ਖਾਏ, ਚਿੰਤਾ ਹੋ ਜਾਂਦੀ, ਭਾਰ ਘਟ ਜਾਂਦਾ। ਸਾਡਾ ਜਿਹੜਾ ਆਕਾਰ ਆ ਵੱਧਦਾ ਵੀ ਹੈ, ਘਟਦਾ ਵੀ ਹੈ ਤੇ ਮਿਟਦਾ ਵੀ ਹੈ। ਸਾਡਾ ਭਾਰ ਵੱਧਦਾ ਵੀ ਹੈ, ਘਟਦਾ ਵੀ ਹੈ, ਮਿਟਦਾ ਵੀ ਹੈ। ਪਰ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਅਬਨਾਸੀ ਰਾਇਆ। ਉਹ ਨਾਸ ਤੋਂ ਰਹਿਤ ਹੈ। ਨਾ ਉਹਦਾ ਆਕਾਰ ਵੱਧਦਾ ਨਾ ਘਟਦਾ ਤੇ ਨਾ ਹੀ ਉਹਦਾ ਆਕਾਰ ਮਿਟਦਾ। ਉਹ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਆਕਾਰ ਬਣਾਏ ਨੇ। ਆਪ ਆਕਾਰ ਤੋਂ ਰਹਿਤ ਹੈ ਜੀ। ਉਹ ਅਦੁੱਤੀ ਬ੍ਰਹਮ ਸਰੂਪ ਹੈ। ਅਸੀਂ ਹੁਣ ਘਰੋਂ ਆਏ ਹਾਂ, ਸਾਡੀ ਘਰ 'ਚ ਗੈਰ ਹਾਜ਼ਰੀ ਹੈ। ਜਿੱਥੇ ਅਸੀਂ ਅੱਗੇ ਜਾਣਾ ਉੱਥੇ ਵੀ ਸਾਡੀ ਗੈਰ ਹਾਜ਼ਰੀ ਹੈ। ਇੱਕ ਥਾਂ 'ਤੇ ਹੀ ਆਪਾਂ ਹਾਜ਼ਰ ਰਹਿ ਸਕਦੇ ਹਾਂ। ਪਰ ਵਾਹਿਗੁਰੂ ਅਦੁੱਤੀ ਬ੍ਰਹਮ ਆ। ਜਿੱਥੋਂ ਆਏ ਹਾਂ ਉੱਥੇ ਵੀ ਹੈ, ਜਿੱਥੇ ਬੈਠੇ ਹਾਂ ਇੱਥੇ ਵੀ ਹੈ, ਜਿੱਥੇ ਅਜੇ ਆਪਾਂ ਜਾਣਾ ਉੱਥੇ ਵੀ ਉਹਨੇ ਸਾਡੇ ਤੋਂ ਪਹਿਲਾਂ ਹੋਣਾ। ਤੋ ਇਸ ਕਰਕੇ ਉਹ ਅਦੁੱਤੀ ਆ, ਉਹ ਹਰ ਥਾਂ 'ਤੇ ਪਸਰਿਆ ਹੋਇਆ ਹੈ। ਐਸੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੁਨੀਆ ਦੇ ਕੋਈ ਕਰਮ ਕਾਂਡ ਕੀਤਿਆਂ ਨਹੀਂ ਪ੍ਰਾਪਤ ਹੁੰਦੀ, ਜਿਹਦਾ ਜ਼ਿਕਰ ਸਤਿਗੁਰਾਂ ਨੇ ਸ਼ਬਦ ਅੰਦਰ ਕਰਨਾ। 26ਵੇਂ ਰਾਗ ਸਾਰੰਗ ਰਾਗ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਆ। ਪਾਇਓ ਨਾ ਜਾਈ ਕਹੀਂ ਭਾਂਤਰੇ, ਪ੍ਰਭ ਨਾਨਕ ਗੁਰ ਮਿਲ ਲਾਧਾ। ਦੁਨੀਆ ਵਿੱਚ ਕੋਈ ਤਰੀਕਾ ਹੀ ਨਹੀਂ ਜਿਹਦੇ ਨਾਲ ਤੁਸੀਂ ਵਾਹਿਗੁਰੂ ਨੂੰ ਮਿਲ ਲਵੋ। ਪ੍ਰਭ ਨਾਨਕ ਗੁਰ ਮਿਲ ਲਾਧਾ। ਗੁਰੂ ਦੇ ਦਰ ਦੀ ਸੰਗਤ ਕਰੀਏ, ਸੇਵਾ ਕਰੀਏ, ਸਿਮਰਨ ਕਰੀਏ, ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਹੁੰਦੀ। ਉਸ ਬਖਸ਼ਿਸ਼ ਦੇ ਨਾਲ ਤੁਦੇ ਆਪ ਵੀ ਛੋੜਿਆ, ਆਪ ਮਿਲਾਇਆ, ਵਿਛੜਿਆ ਹੋਇਆ ਜੀਵ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਭੇਦ ਹੋ ਸਕਦਾ ਹੈ। ਹੋਣ ਵਾਲੇ
ਕਰਮ ਕਾਂਡਾਂ ਦਾ ਜ਼ਿਕਰ ਕੀਤਾ। ਜ਼ਿਆਦਾਤਰ ਜਿਹੜੀ ਬਹੁਤ ਆਤਮੀ ਦੁਨੀਆ ਕਰਦੀ ਹੈ, ਪਾਠ ਪੜ੍ਹਿਓ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਕਿਸੇ ਵੀ ਧਰਮ ਦੀ ਕਿਸੇ ਸਤਿਕਾਰਯੋਗ ਪੋਥੀ ਦਾ ਗ੍ਰੰਥ ਦਾ ਪਾਠ ਕਰੀਏ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਵੇਦਾਂ ਦੀ ਵਿਚਾਰ ਕਰ ਲੈ ਜੀਵ। ਨਿਵਲ ਭੁਯੰਗਮ ਸਾਧੇ ਨੇਤੀ ਧੋਤੀ ਵੀ ਕਰੇ। ਸੁਖਮਨਾ ਨਾੜੀ ਨੂੰ ਕਿਸੇ ਯੋਗ ਮਤ ਦੇ ਮੁਤਾਬਕ, ਸੁਖਮਨਾ ਨਾੜੀ ਦੇ ਅੰਦਰ ਮਿੱਝ ਭਰੀ ਪਈ ਹੈ, ਸਾਧਨਾ ਕਰਕੇ ਉਹਨੂੰ ਪਿਘਲਾ ਕੇ ਖਾਲੀ ਕਰ ਲਵੇ। ਉਹਦੇ ਰਾਹੀਂ ਪ੍ਰਾਣ ਦਸਮ ਦਵਾਰ 'ਚ ਚੜ੍ਹਾ ਕੇ ਤੇ ਬੜੇ ਤਰ੍ਹਾਂ ਦੀ ਸਾਧਨਾ ਕਰੇ, ਭਾਵ 9 ਦਰਵਾਜ਼ਿਆਂ ਨੂੰ ਸਾਧਨ ਦਾ ਯਤਨ ਕਰੇ। ਮਹਾਰਾਜ ਕਹਿੰਦੇ ਕਾਰਜ ਜਿਹੜੇ ਨੇ ਦੁਨੀਆ ਦੇ ਤਲ ਤੇ ਬੜੇ ਔਖੇ ਨੇ ਕਰਨੇ। ਰੱਬ ਨਾਲ ਜੁੜਨਾ ਬੜਾ ਔਖਾ, ਪਰ ਇਹ ਕਰਮਾਂ ਦਾ ਸਾਧਨਾ ਦਾ ਆਸਰਾ ਲੈ ਕੇ ਜੀਵ ਕਰਦੇ ਆ। ਪਰ ਜੇ ਮਨੁੱਖ ਪਾਠ ਵੀ ਪੜ੍ਹਦਾ, ਵੇਦਾਂ ਦੀ ਵਿਚਾਰ ਵੀ ਕਰਦਾ, ਯੋਗ ਮਤ ਦੀਆਂ ਦੱਸੀਆਂ ਹੋਈਆਂ ਵਿਧੀਆਂ ਵੀ ਅਪਣਾਉਂਦਾ ਹੈ। ਪੰਚ ਜਨਾਸਿਓ ਸੰਗ ਨਾ ਛੁਟਕਿਓ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜੇ ਅਸੀਂ ਸੰਗ ਨਹੀਂ ਤਿਆਗ ਸਕੇ ਤਾਂ ਮਹਾਰਾਜ ਕਹਿਣ ਲੱਗੇ ਸਮਝ ਲਿਓ ਕਿ ਜਿਹੜੇ ਕੀਤੇ ਹੋਏ ਕਰਮ ਨੇ, ਪਾਠ ਪੜ੍ਹਨਾ, ਵੇਦਾਂ ਦੀ ਵਿਚਾਰ ਕਰਨੀ, ਨੇਤੀ ਧੋਤੀ ਕਰਨੀ ਤੇ ਆਦਿਕ ਪ੍ਰਾਣਯਾਮਤਾ ਕਰਨੀ, ਜਿਹੜੇ ਸਾਧਨ ਨੇ ਸਾਰੇ ਦੇ ਸਾਰੇ ਅਧਿਕ ਅਹੰ ਬੁੱਧ ਬਾਧੇ ਜੀਵ ਨੂੰ ਜਿਹੜਾ ਹੰਕਾਰ ਦਾ ਪਾ ਲੱਗੀ ਜਾਂਦੀ, ਉਹ ਮਾਣ ਹੋਈ ਜਾਂਦਾ ਕਿ ਮੈਂ ਇਹ ਵੀ ਕਰਮ ਕੀਤਾ, ਇਹ ਵੀ ਕਰਮ ਕੀਤਾ। ਤੋ ਸਤਿਗੁਰਾਂ ਨੇ ਇੱਥੇ ਪਾਠ ਦਾ ਖੰਡਨ ਕੀਤਾ ਕਿ ਉਸੇ ਵਾਤੇ ਜੇ ਅਸੀਂ ਪਾਠ ਨੂੰ ਪੜ੍ਹ ਕੇ ਕੋਈ ਉਹਦੇ ਤੋਂ ਬ੍ਰਹਮ ਗਿਆਨ ਵਾਲੇ ਪਾਸੇ ਨਹੀਂ ਤੁਰਨਾ। ਸਤਿਗੁਰਾਂ ਦੇ ਜ਼ਿਕਰ ਕੀਤਾ ਆਇਓ ਸੁਣਨ ਪੜ੍ਹਨ ਕੋ ਬਾਣੀ, ਬਾਣੀ ਪੜ੍ਹਨੀ ਹੈ। ਜੇ ਆਪਾਂ ਇੱਥੇ ਹੁਣ ਨੈਗੇਟਿਵ ਪੱਖ ਲੈ ਲਈ, ਮਹਾਰਾਜ ਨੇ ਤਾਂ ਰੋਕ ਦਿੱਤਾ ਪਾਠ ਵੀ ਪਾਠ ਪੜ੍ਹਨ ਦੇ ਨਾਲ ਕੋਈ ਬੰਦੇ ਨੂੰ ਫਾਇਦਾ ਨਹੀਂ ਹੁੰਦਾ। ਜੇ ਆਪਾਂ ਬਾਣੀ ਪੜ੍ਹਾਂਗੇ, ਪੜ੍ਹਦੇ ਪੜ੍ਹਦੇ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 5ਵੇਂ ਰਾਗ ਗੂਜਰੀ ਰਾਗ ਦੀ ਬਾਣੀ ਪੜ੍ਹੋਗੇ, ਗੂਜਰੀ ਕੀ ਵਾਰ ਮਹੱਲਾ 5ਵਾਂ ਪੜ੍ਹੋਗੇ, 519 ਅੰਗ ਤੇ ਸ਼ਲੋਕ ਆਵੇਗਾ। ਸ਼ਲੋਕ ਮਹੱਲਾ 5ਵਾਂ, ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਏ, ਪੰਜ ਜਣਾ ਸਿਓ ਸੰਗ ਨਾ ਛੁਟਕਿਓ। ਜੇ ਪਾਠ ਪੜ੍ਹਾਂਗੇ ਤਾਂ ਹੀ ਸਾਨੂੰ ਯੁਗਤੀ ਦਾ ਪਤਾ ਲੱਗਣਾ ਹੈ ਕਿ ਜੀਵ ਲੋਹੜੀ ਵਾਲੀ ਰਾਤ ਨੂੰ ਨਾ ਘਰ ਵਿੱਚ ਅੱਗ ਬਾਲ ਕੇ ਮੱਕੀ ਦੇ ਦਾਣੇ ਨਹੀਂ ਸੁੱਟੀ ਦੇ ਵਿੱਚ ਤਿਲਾਂ ਦੀਆਂ ਲੱਪਾਂ ਭਰ ਭਰ ਕੇ ਨਹੀਂ ਪਾਈ ਦੀਆਂ ਵੀ ਪਿਛਲੇ ਸਾਲ ਦੇ ਕੀਤੇ ਪਾਪ ਸੜ ਜਾਣਗੇ। ਮਹਾਰਾਜ ਕਹਿਣ ਲੱਗੇ ਅੰਨ ਦੇਵਤਾ ਹੈ, ਰਿਜ਼ਕ ਨਹੀਂ ਸਾੜੀਦਾ। ਆਪਣੇ ਘਰ ਦੇ ਵਿੱਚ ਰਿਜ਼ਕ ਨਹੀਂ ਸਾੜੀਦਾ। ਇਹਦੀ ਥਾਂ ਤੇ ਜੇ ਤੂੰ ਕੁਝ ਸਾੜਨਾ ਤੇ ਕਾਮ ਕ੍ਰੋਧ ਲੋਭ ਛੋਡੀਏ ਦੀਜਾ ਅਗਨ ਜਲਾਏ, ਬ੍ਰਹਮੇ ਅਗਨ ਸਹਿਜੇ ਪਰ ਜਾਲੀ ਏਕੈ ਚੋਟ ਸਜਾਇਆ। ਸਰੀਰ ਰੂਪੀ ਧਰਤੀ ਦੇ ਅੰਦਰ ਹਿਰਦਾ ਰੂਪੀ ਵਿਹੜਾ, ਇਹਦੇ ਅੰਦਰ ਅੱਗ ਬਾਲ ਤੂੰ ਬ੍ਰਹਮ ਅਗਨੀ ਦੀ। ਕਬੀਰ ਮਨ ਨਿਰਮਲ ਭਇਆ ਪਾਇਆ ਬ੍ਰਹਮ ਗਿਆਨ। ਬ੍ਰਹਮ ਗਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਦੀ ਤੂੰ ਆਪਣੇ ਵਿਹੜੇ ਹਿਰਦੇ ਰੂਪੀ ਘਰ ਅੰਦਰ ਅਗਨੀ ਬਾਲ, ਉਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸੁੱਟ। ਤੂੰ 5-5 4-4 ਦਾਣੇ ਸੁੱਟਣਾ ਮੱਕੀ ਦੀ ਥਾਂ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਤਸ਼ੀਰ ਬਦਲ। ਤੂੰ ਮਹਾਰਾਜ ਕਹਿੰਦੇ ਜੇ ਨਾ ਪੰਜਾਂ ਵਿਕਾਰਾਂ ਦਾ ਸੰਗ ਨਾ ਛੁਟਕਿਆ ਤਾਂ ਫਿਰ ਕੀਤੇ ਹੋਏ ਕਰਮ ਜਿਹੜੇ ਨੇ ਬੰਧਨ ਰੂਪ ਹੋ ਜਾਂਦੇ ਆ। ਬਾਣੀ ਪੜ੍ਹਨੀ ਹੈ, ਪੜ੍ਹਨ ਦੇ ਨਾਲ ਤੈਨੂੰ ਮਹਾਰਾਜ ਨੇ ਬਖਸ਼ਿਸ਼ ਅੱਗੇ ਆਉਣੀ ਹੈ। ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ। ਬਾਣੀ ਪੜ੍ਹਨੀ ਵੀ ਹੈ, ਬਾਣੀ ਨੂੰ ਵਿਚਾਰਨਾ ਵੀ ਹੈ, ਬਾਣੀ ਨੂੰ ਹਿਰਦੇ ਵਿੱਚ ਵਸਾਉਣਾ ਵੀ ਹੈ। ਜੇ ਅਸੀਂ ਸੰਸਾਰ ਦੇ ਇਹ ਕਰਮ ਕਰਨੇ ਆ, ਪਾਠ ਵੀ ਪੜ੍ਹਨੇ ਆ, ਵੇਦਾਂ ਦੀ ਵਿਚਾਰ ਕਰਨੀ ਹੈ, ਕਰਮ ਧਰਮ ਕਰਨੇ ਆ ਧਰਮ ਦੇ ਨਾਂ 'ਤੇ, ਤਾਂ ਜਿਹੜੇ ਜਿਹੜੇ ਧਰਮ ਦੇ ਵਿੱਚ ਆਪਾਂ ਪੈਦੇ ਹਾਂ, ਉਸ ਧਰਮ ਦੀਆਂ ਰਹੁ ਰੀਤੀਆਂ ਚੰਗੀਆਂ ਨੇ। ਹਰ ਇੱਕ ਧਰਮ ਆਪਣੀ ਥਾਂ 'ਤੇ ਮੁਬਾਰਕਬਾਦ ਆ, ਕੋਈ ਨਾ ਕੋਈ ਉਹਦੀ ਅਹਿਮੀਅਤ ਆ ਕਿਸੇ ਗੱਲ ਦੀ। ਤਾਂ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਕੇ ਸੰਸਾਰ ਨੂੰ ਫਾਨੀ ਜਾਣਨਾ ਅਤੇ ਨਿਰੰਕਾਰ ਨੂੰ ਗੈਰ ਫਾਨੀ ਜਾਣਨਾ। ਆਪਣੇ ਆਪ ਨੂੰ ਹੰਕਾਰ ਤੋਂ ਮੁਕਤ ਕਰਨ ਦਾ ਯਤਨ ਕਰਨਾ ਹੈ ਜੀ। ਪਿਆਰੀ ਇਨ ਬਿਦ ਮਿਲਨ ਨਾ ਜਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ ਆਏ, ਗੁਰੂ ਕੇ ਸਿੱਖ ਮਾਈ ਭਾਈ ਗੁਰੂ ਕੀ ਸੰਗਤ ਜੀ, ਇਨ ਬਿਦ ਮਿਲਣ ਨਾ ਜਾਈ। ਜਿਹੜੇ ਤਰੀਕੇ ਤੁਸੀਂ ਸਿੱਖੀ ਬੈਠੇ ਜੇ ਨਾ, ਇਹਨਾਂ ਤਰੀਕਿਆਂ ਨਾਲ ਅਕਾਲ ਪੁਰਖ ਵਾਹਿਗੁਰੂ ਨਹੀਂ ਮਿਲਦਾ। ਸਾਰੇ ਜਣੇ ਆਪੋ ਆਪਣੇ ਹਿੱਸੇ 'ਚ ਗਾਇਓ। ਇਨ ਬਿਦ ਮਿਲਨ ਨਾ ਜਾਈ ਪਿਆਰੇ, ਇਨ ਬਿਦ ਮਿਲਨ ਨਾ ਜਾਈ, ਇਨ ਬਿਦ ਮਿਲਨ ਨਾ ਜਾਈ ਪਿਆਰੇ, ਇਨ ਬਿਦ ਮਿਲਨ ਨਾ ਜਾਈ।
ਬਿਦ ਮਿਲਨ ਨਾ ਜਾਈ ਪਿਆਰੇ, ਇਨ ਬਿਦ ਮਿਲਨ ਨਾ ਜਾਈ, ਇਨ ਬਿਦ ਮਿਲਨ ਨਾ ਜਾਈ ਪਿਆਰੇ, ਇਨ ਬਿਦ ਮਿਲਨ ਨਾ ਜਾਈ। ਇਹਨਾਂ ਤਰੀਕਿਆਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਮਿਲਿਆ ਜਾਂਦਾ। ਇਹਨਾਂ ਕਰਮ ਕਾਂਡ ਕੀਤਿਆਂ ਪਰਮੇਸ਼ਰ ਦੀ ਜਿਹੜੀ ਖੁਸ਼ੀ ਪ੍ਰਾਪਤ ਨਹੀਂ ਹੁੰਦੀ। ਇਨ ਬਿਦ ਮਿਲਣ ਨਾ ਜਾਈ ਪਿਆਰੇ, ਇਨ ਬਿਦ ਮਿਲਣ ਨਾ ਜਾਈ, ਇਸ ਤਰੀਕੇ ਨਾਲ ਵਾਹਿਗੁਰੂ ਨੂੰ ਮਿਲਿਆ ਨਹੀਂ ਜਾਂਦਾ। ਮੈਂ ਕੀਏ ਕਰਮ ਅਨੇਕਾ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸਾਡੀ ਜ਼ਿੰਦਗੀ ਦੇ ਜਿਹੜੇ ਬਹੁਤ ਸਾਰੇ ਤਜਰਬੇ ਨੇ ਉਹ ਆਪ ਕਰਕੇ ਬਾਣੀ 'ਚ ਦਰਜ ਕੀਤੇ ਆ। ਸਾਹਿਬ ਬਖਸ਼ਿਸ਼ ਕਰਦੇ ਆ, ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ। ਮਹਾਰਾਜ ਤਜਰਬਾ ਕਰਕੇ ਦੱਸ ਗਿਆ ਵੀ ਦੁਨੀਆ ਉੱਤੇ ਇੱਕ ਅਕਾਲ ਪੁਰਖ ਵਾਹਿਗੁਰੂ ਸੱਚਾ ਆ, ਹੋਰ ਲੱਭਣ ਦਾ ਯਤਨ ਨਾ ਕਰੀ, ਅਸੀਂ ਇਹ ਤਜਰਬਾ ਕਰ ਚੁੱਕੇ ਹਾਂ। ਅਤੇ ਹੁਣ ਮਹਾਰਾਜ ਇੱਥੇ ਵੀ ਸਾਨੂੰ ਆਪਣੇ ਜੀਵਨ ਦਾ ਤਜਰਬਾ ਦੱਸਦੇ ਆ ਕਿ ਮੈਂ ਕੀਏ ਕਰਮ ਅਨੇਕਾ। ਅਸੀਂ ਇੰਨੇ ਕਰਮ ਜਿਹੜੇ ਨੇ ਲੋਨੀਆਂ ਨੂੰ ਕਰਦਿਆਂ ਹੋਇਆਂ ਵੇਖਿਆ। ਹਮ ਦੇਖਾ ਤੈਂ ਡੂਬੀ ਅੱਲੇ, ਲੋਕਾਂ ਨੂੰ ਡੁੱਬਦਿਆਂ ਹੋਇਆਂ ਵੇਖਿਆ ਨਾ ਕਰਮ ਕਾਂਡਾਂ ਅੰਦਰ। ਤੂੰ ਨਾ ਕਰਮ ਕਾਂਡਾਂ ਦੀ ਦੁਨੀਆ 'ਚ ਆਈ, ਤੂੰ ਪ੍ਰੇਮਾ ਭਗਤੀ ਦੇ ਮਾਰਗ 'ਤੇ ਚੱਲੀ, ਅਤੇ ਤਾਂ ਕਰਕੇ ਤੇਰਾ ਜਿਹੜਾ ਉਹ ਪਰਮੇਸ਼ਰ ਦੇ ਨਾਲ ਮਿਲਾਪ ਹੋ ਸਕਦਾ ਹੈ। ਮੈਂ ਕੀਏ ਕਰਮ ਅਨੇਕਾ। ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਜੀਵ ਜਿੰਨੇ ਵੀ ਕਰਮ ਕਰਕੇ ਵੇਖਣੇ ਵੇਖ ਲੈ, ਆਖਰ ਨੂੰ ਇੱਕ ਨਾ ਇੱਕ ਦਿਨ ਗੁਰੂ ਦੀ ਮੱਤ ਧਾਰਨ ਕੀਤਿਆਂ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ। ਮੈਂ ਕੀਏ ਕਰਮ ਅਨੇਕਾ। ਅਸੀਂ ਪਿਛਲੇ ਜਨਮਾਂ ਵਿੱਚ ਵੀ ਪਿਛਲਾ ਜਿਹੜਾ ਜੀਵਨ ਹੈ ਉਹ ਵੀ ਕਰਮ ਕਾਂਡ ਕਰਦਿਆਂ ਗੁਜ਼ਰ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਬਾ ਅਮਰਦਾਸ ਜੀ ਸਨ, ਬਹੁਤ ਸਾਰੇ ਕਰਮ ਕਰਦੇ ਰਹੇ, ਰਾਤ ਨੂੰ ਜਾਗਦੇ ਵੀ ਰਹੇ, ਤੀਰਥਾਂ ਦੇ ਯਾਤਰਾ ਵੀ ਕਰਦੇ ਰਹੇ। ਆਖਰ ਨੂੰ ਫਿਰ ਜਦੋਂ ਗੁਰੂ ਸਾਹਿਬ ਦੇ ਦਰ ਦੀ ਸੇਵਾ ਕੀਤੀ, ਨਾਲ ਸੰਗਤ ਕੀਤੀ, ਸਿਮਰਨ ਕੀਤਾ, ਗੁਰੂ ਪਦ 'ਤੇ ਵਿਰਾਜਮਾਨ ਹੋਏ ਨੇ। ਸੰਸਾਰ ਦੇ ਜਿਹੜੇ ਕਰਮ ਨੇ ਉਹ ਵਿਅਰਥ ਹਨ। ਹਾਰ ਪਰਿਉ ਸੁਆਮੀ ਕੈ ਦੁਆਰਾ, ਦੀਜੈ ਬੁੱਧ ਬਵੇਕਾ। ਫਿਰ ਕਿਸ ਤਰੀਕੇ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਿਆ ਜਾ ਸਕਦਾ ਹੈ? ਹਾਰ ਪਰਿਓ ਸੁਆਮੀ ਕੈ ਦੁਆਰਾ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨੁਸ ਦੇ ਲਹੀ। ਦੁਨੀਆ ਵਿੱਚ ਮਨੁੱਖ ਆਉਂਦਾ ਇਹਦੇ ਤੋਂ ਪਰਮੇਸ਼ਰ ਦਾ ਨਾਮ ਜਪਣਾ, ਸੇਵਾ ਸੰਗਤ ਕਰਨ ਵੇਲੇ ਵਿਚਾਰਾ ਥੱਕ ਜਾਂਦਾ। ਪਤਾ ਕਿਉਂ? ਪਿਛਲੇ ਜਨਮਾਂ ਦਾ ਵਿਚਾਰਾ ਭਟਕਦਾ ਆ ਰਿਹਾ। ਫਿਰਤ ਫਿਰਤ ਬਹੁਤੇ ਜੁਗ ਹਾਰੇ, ਸਾਰੇ ਜਨਮਾਂ 'ਚ ਭੱਜਦਾ ਭੱਜਦਾ ਥੱਕ ਜਾਂਦਾ। ਥੋੜ੍ਹੀ ਜਿਹੀ ਸੇਵਾ ਕਰਨ ਲੱਗਦਾ ਵਿਚਾਰਾ ਥੱਕ ਜਾਂਦਾ, ਸਿਮਰਨ ਕਰਨ ਬਹਿੰਦਾ ਥੱਕ ਜਾਂਦਾ, ਸੰਗਤ ਕਰਦਾ ਥੱਕ ਜਾਂਦਾ। ਮਹਾਰਾਜ ਕਹਿਣ ਲੱਗੇ ਵਿਚਾਰਾ ਹਾਰਿਆ ਹੋਇਆ, ਹਾਰੇ ਥੱਕੇ ਟੁੱਟੇ ਮਨੁੱਖ ਜਿਹੜੇ ਨੇ ਨਾ ਉਹ ਮੰਜ਼ਲਾਂ ਦੇ ਰਾਹੀ ਨਹੀਂ ਬਣ ਸਕਦੇ। ਅੱਕੇ ਥੱਕੇ ਲੋਕ ਜਿਹੜੇ ਨੇ ਮੰਜ਼ਲਾਂ ਤੱਕ ਨਹੀਂ ਪਹੁੰਚਦੇ। ਸੋ ਮਹਾਰਾਜ ਬਖਸ਼ਿਸ਼ ਕਰਦੇ ਹਾਰ ਪਰਿਓ ਸੁਆਮੀ ਕੈ ਦੁਆਰੇ। ਚਾਰ ਛਪੇਰਿਓਂ ਆਪਾਂ ਹਾਰਨਾ ਆ ਕਿ ਵਾਹਿਗੁਰੂ ਮੈਂ ਦੂਜੇ ਦਰਾਂ 'ਤੇ ਨਹੀਂ ਜਾਣਾ, ਮੈਂ ਹੋਰ ਥਾਵਾਂ 'ਤੇ ਜਾਣ ਜੋਗਾ ਨਹੀਂ ਰਿਹਾ, ਮੇਰੇ ਤੋਂ ਨਹੀਂ ਜਾਇਆ ਜਾਂਦਾ। ਫਿਰ ਕੇਵਲ ਗੁਰੂ ਕੇ ਸ਼ਰਨ ਵਿੱਚ ਆਉਣਾ ਆ। ਹਾਰ ਪਰਿਓ ਸੁਆਮੀ ਕੈ ਦੁਆਰੇ, ਵਾਹਿਗੁਰੂ ਮੈਂ ਹਾਰ ਕੇ ਤੇਰੀ ਸ਼ਰਨ ਵਿੱਚ ਆਇਆ ਵਾਂ, ਮੇਰੇ ਤੋਂ ਹੋਰ ਭਟਕਣਾ ਵਾਲੇ ਦੁਨੀਆ ਵਿੱਚ ਨਹੀਂ ਭਟਕਿਆ ਜਾਂਦਾ। ਕਿਰਪਾ ਕਰਕੇ ਮੈਨੂੰ ਵਿਵੇਕ ਬੁੱਧੀ ਦੀ ਦਾਤ ਦੇਣਾ ਕਰੋ। ਸਾ ਮਤ ਦੇਹੋ ਦਇਆਲ, ਪ੍ਰਭ ਜਿਤ ਤੁਮੈ ਅਰਧ। ਆਪਣੀ ਪ੍ਰੇਮਾ ਭਗਤੀ ਕਰਨ ਦਾ ਮੈਨੂੰ ਸਤਿਗੁਰੂ ਜੀ ਢੰਗ ਤਰੀਕਾ ਜੁਗਤੀ ਸਿਖਾਲਣਾ ਕਰੋ। ਰਹਾਉ। ਸਾਰੇ ਸ਼ਬਦ ਦਾ ਕੇਂਦਰੀ ਭਾਵ ਸਤਿਗੁਰਾਂ ਨੇ ਰਹਾਉ ਦੇ ਪਹਿਲੇ ਬੰਦ ਅੰਦਰ ਵਿਦਮਾਨ ਕਰਕੇ ਅੱਗੇ ਸਾਹਿਬ ਬਖਸ਼ਿਸ਼ ਕਰਦੇ ਹਨ। ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਸੰਸਾਰ ਦੇ ਵਿੱਚ ਇੱਕ ਮੋਨੀਆਂ ਦਾ ਤਬਕਾ ਆ ਜਿਹੜੇ ਸਾਰੀ ਜ਼ਿੰਦਗੀ ਬੋਲਦੇ ਨਹੀਂ, ਜ਼ੁਬਾਨ ਤੋਂ ਨਹੀਂ ਬੋਲਦੇ, ਪਰ ਉਹ ਹੱਥਾਂ ਨਾਲ ਲਿਖ ਵੀ ਲੈਂਦੇ ਆ, ਹੱਥਾਂ ਨਾਲ ਇਸ਼ਾਰਾ ਵੀ ਕਰ ਲੈਂਦੇ ਆ। ਮਹਾਰਾਜ ਕਥਨ ਕਰਦੇ ਆ ਵੀ ਜੇ ਸਾਰੀ ਜ਼ਿੰਦਗੀ ਮੌਨ ਧਾਰਨ ਕਰਕੇ ਰਹੀਏ, ਭਾਂਡਾ ਜੂਠਾ ਨਾ ਕਰੀਏ, ਹੱਥਾਂ 'ਤੇ ਹੀ ਰੋਟੀ ਖਾ ਕੇ ਗੁਜ਼ਾਰਾ ਕਰ ਲਈਏ। ਮੌਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਬਸਤਰਾਂ ਤੋਂ ਰਹਿ ਧੋ ਕੇ ਜੰਗਲਾਂ ਆਦਿਕ ਵਿੱਚ ਤੁਰਦੇ ਫਿਰਦੇ ਰਹਿਣਾ ਇਸ ਸਮਾਜ ਦੀ ਕਰੀਤੀ ਆ। ਸਾਹਿਬ ਬਖਸ਼ਿਸ਼ ਕਰਦੇ ਆ, ਨਾਮ ਮਰਜਾਦ ਆਇਆ ਕਲ ਪੀਤਰ, ਬਹੁੜ ਜਾਸੀ ਨਾਂਗਾ। ਜਦੋਂ ਜਨਮ ਲਿਆ ਉਦੋਂ ਤੇ ਆਪਾਂ ਨਗਨ ਹੁੰਨੇ ਆ, ਠੀਕ ਆ। ਜਦੋਂ ਆਪਾਂ ਜਾਣਾ ਮਹਾਰਾਜ ਕਹਿਣ ਲੱਗੇ ਉਦੋਂ ਨਗਨ ਜਾਣਾ। ਪਰ ਜਿੰਨੀ ਦੇਰ ਤੱਕ ਦੁਨੀਆ 'ਤੇ ਰਹਿਣਾ ਨਾ, ਉੱਠਿਆ ਹੋਇਆ
ਹੋਏ ਬਿਲਾਵਲ। ਮੀਂਹ ਪੈਂਦਾ ਹੈ, ਸਾਰ ਛਪੇਰੇ ਖੁਸ਼ੀ ਹੁੰਦੀ ਹੈ। ਉੱਠੈ ਅੰਨ ਕਮਾਦ ਕਪਾਹਾ ਸਭ ਸੇ ਪੜਦਾ ਹੋਵੇ। ਮੀਂਹ ਪੈਂਦਾ ਆ, ਫਸਲਾਂ ਉੱਗਦੀਆਂ, ਕਪਾਹ ਬਣਦੀ ਹੈ, ਕੱਪੜਾ ਬਣਦਾ, ਮਨੁੱਖ ਦਾ ਨੰਗੇਜ ਕੱਜਿਆ ਜਾਂਦਾ। ਜਿੰਨੀ ਦੇਰ ਤੱਕ ਇੱਥੇ ਰਹਿਣਾ ਉਨੀ ਦੇਰ ਤੱਕ ਨਗਨ ਨਹੀਂ ਰਹਿਣਾ, ਉਨੀ ਦੇਰ ਤੱਕ ਆਪਣੇ ਬਸਤਰ ਪਹਿਨ ਕੇ ਰੱਖਣੇ ਆ। ਪਰ ਮਹਾਰਾਜ ਕਹਿਣ ਲੱਗੇ ਜਿਹੜੇ ਲੋਕ ਜੰਗਲਾਂ ਆਦਿਕ ਵਿੱਚ ਨਗਨ ਰਹਿੰਦੇ ਆ, ਇਹ ਕਰਮ ਕਾਂਡ ਕੀਤਿਆਂ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਪਿਆਰੇ ਇਨ ਬਿਦ ਮਿਲਣ ਨਾ ਜਾਏ। ਜੇ ਨਗਨ ਰਿਹਾ ਆਪਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਨਗਨ ਫਿਰਤ ਜੋ ਪਾਈਆ ਜੋਗ ਬਨ ਕਾ ਮਿਰਗਨ ਮੁਕਤ ਸਭ ਹੋ। ਫਿਰ ਤਾਂ ਸਾਰੇ 84 ਲੱਖ ਜੋਨੀ ਦੇ ਜੀਵ ਨੇੜੇ ਮੁਕਤ ਹੋ ਜਾਣੇ ਸੀ। ਸਤਿਗੁਰਾਂ ਬਖਸ਼ਿਸ਼ ਕੀਤੀ ਹੈ, ਮੌਨ ਧਾਰਨ ਕੀਤਿਆਂ, ਹੱਥਾਂ 'ਤੇ ਰੋਟੀ ਰੱਖ ਕੇ ਖਾਇਆ। ਜਾਂ ਨਗਨ ਫਿਰਨ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ। ਸਾਰੀ ਧਰਤੀ ਦੇ ਜਿਹੜੇ ਤੀਰਥ ਸਥਾਨ ਨੇ ਉਹਨਾਂ ਦੇ ਕਿਨਾਰਿਆਂ 'ਤੇ ਤਟ ਤੀਰਥ ਸਭ ਧਰਤੀ ਭਰਮਿਓ। ਤੀਰਥਾਂ ਦੀ ਯਾਤਰਾ ਕਰ ਲਈਏ, ਥਾਂ ਪਰ ਥਾਂ ਦੀ ਭਰਮਣ ਕਰ ਲਈਏ। ਦੁਬਦਾ ਛੁਟਕੈ ਨਾਹੀ, ਜਿਹੜੀ ਦੁਬਦਾ ਆ ਇਹ ਤੋਂ ਛੁਟਕਾਰਾ ਨਹੀਂ ਹੁੰਦਾ। ਐਸਾ ਕੋਏ ਜੇ ਦੁਬਦਾ ਮਾਰ ਗਵਾਵੈ, ਇਸੈ ਮਾਰ ਰਾਜ ਜੋਗ ਕਮਾਵੈ। ਦੁਬਦਾ ਜਿਹੜੀ ਉਹ ਸਾਨੂੰ ਪਰਮੇਸ਼ਰ ਨਾਲ ਮਿਲਣ ਨਹੀਂ ਦਿੰਦੀ ਹੈ। ਤੋ ਸਾਹਿਬ ਸਾਨੂੰ ਸੰਸਾਰੀ ਜੀਵਾਂ ਨੂੰ ਬਖਸ਼ਿਸ਼ ਕਰਦੇ ਆ। ਦੁਬਦਾ ਰੋਗ ਸੁਵਦਕ ਵਡੇਰਾ, ਮਾਇਆ ਕਾ ਮੁਹਤਾਜ ਪਿਆ। ਜਿਨ੍ਹਾਂ ਲੋਕਾਂ ਦੇ ਘਰ ਦਾ ਗੁਜ਼ਾਰਾ ਮੁਸ਼ਕਿਲ ਚੱਲਦਾ ਨਾ, ਮਹਾਰਾਜ ਕਹਿਣ ਲੱਗੇ ਮਾਇਆ ਦੇ ਮੁਹਤਾਜ ਬਣੇ ਬੈਠੇ ਹੋ। ਇਹਦਾ ਕਾਰਨ ਜੇ ਦੁਬਦਾ 'ਚ ਪਏ ਹੋਏ ਹੋ। ਜਿੰਨੀ ਦੇਰ ਤੱਕ ਦੁਬਦਾ ਦੇ ਰੋਗ ਨਾਲ ਗ੍ਰਸੇ ਰਹੋਗੇ, ਮਾਇਆ ਦੇ ਮੁਹਤਾਜ ਰਹੋਗੇ, ਤੁਹਾਡੀ ਆਈ ਚਲਾਈ ਜਿਹੜੀ ਉਹ ਗੁਜ਼ਾਰਾ ਸੌਖਾ ਨਹੀਂ ਹੋਣ ਲੱਗਾ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਸੁਖਾਲੀ ਜ਼ਿੰਦਗੀ ਬਤੀਤ ਕਰਨ ਵਾਸਤੇ ਆਖਿਆ, ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਨ ਨਾ ਜਾਈ। ਦੁਬਦਾ ਦਾ ਰੋਗ ਹੈ, ਜਿਸ ਬੰਦੇ ਨੂੰ ਲੱਗ ਜਾਂਦਾ ਉਹ ਬੰਦਾ ਥਾਂ ਪਰ ਥਾਂ ਦਾ ਮੁਹਤਾਜ ਬਣ ਜਾਂਦਾ। ਤੋ ਸਾਹਿਬ ਇੱਥੇ ਕਥਨ ਕਰਦੇ ਆ ਜਿਹੜੀ ਦੁਬਦਾ ਤੋਂ ਛੁਟਕਾਰਾ ਵੀ ਨਹੀਂ ਹੁੰਦਾ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਈ। ਜੇ ਕੋ ਹੋਰ ਕਰਮ ਕਰੀਏ, ਮਨ ਦੇ ਵਿੱਚ ਇੱਛਾ ਰੱਖ ਲਈ ਵੀ ਆਪਾਂ ਤੀਰਥਾਂ ਤੇ ਜਾ ਕੇ ਰਹੀਏ। ਕਬੀਰ ਗੰਗਾ ਤੀਰ ਜੋ ਘਰ ਕਰਹਿ, ਪੀਵਹਿ ਨਿਰਮਲ ਨੀਰ। ਜੇ ਆਪਾਂ ਕਹੀਏ ਵੀ ਤੀਰਥਾਂ ਦੀ ਯਾਤਰਾ ਕੀਤਿਆਂ ਜਾਂ ਉੱਥੇ ਹੀ ਘਰ ਬਣਾ ਕੇ ਰਹੀਏ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ। ਤੇ ਇਸ ਤੀਰਥ ਦੇ ਉੱਤੇ ਆਪਣੇ ਸੀਸ ਦੇ ਉੱਤੇ ਆਰਾ ਫਿਰਵਾ ਕੇ ਚਿਰਾ ਕੇ ਕੁਰਬਾਨ ਕਰ ਦਈਏ ਵੀ ਸ਼ਾਇਦ ਮੈਂ ਮੁਕਤ ਹੋ ਜਾਵਾਂਗਾ। ਇਸ ਤਰ੍ਹਾਂ ਤਾਂ ਨਹੀਂ ਮੁਕਤ ਹੋਇਆ ਜਾ ਸਕਦਾ। ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰਨ ਲੱਗਿਆਂ ਚਾਂਦਨੀ ਚੌਂਕ 'ਚ ਖਲੋ ਕੇ ਜੇ ਗੁਰੂ ਦਾ ਹੁਕਮ ਮੰਨ ਕੇ ਫਤਿਹ ਬੁਲਾਉਣ ਵਾਲਿਆਂ ਨੂੰ ਜੇ ਫਤਵਾ ਜਾਰੀ ਹੋ ਜਾਏ ਤੇ ਸਰੀਰ ਚੀਰਿਆ ਜਾਏ ਤੇ ਫਿਰ ਸ਼ਹਾਦਤ ਤੇ ਜਾਮ ਪੀ ਕੇ ਪਰਮੇਸ਼ਰ ਦੇ ਵਿੱਚ ਭੇਦ ਹੋਇਆ ਜਾ ਸਕਦਾ। ਪਰ ਜੇ ਤੀਰਥ ਤੇ ਜਾ ਕੇ ਆਪਾਂ ਇੱਕ ਮਨੌਤ ਨੂੰ ਮੰਨ ਕੇ ਵੀ ਆਪਾਂ ਤੀਰਥ ਤੇ ਜਾ ਕੇ ਸਰੀਰ ਚਰਵਾ ਦੀ ਮੁਕਤ ਹੋ ਜਾਵਾਂਗੇ, ਇਸ ਤਰ੍ਹਾਂ ਮੁਕਤ ਨਹੀਂ ਹੋਇਆ ਜਾਂਦਾ। ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਈ। ਮਹਾਰਾਜ ਕਥਨ ਕਰਦੇ ਇਸ ਤਰ੍ਹਾਂ ਮਨ ਦੀ ਜਿਹੜੀ ਮੈਲ ਆ ਨਾ ਉਹ ਨਹੀਂ ਉਤਰਦੀ, ਭਾਵੇਂ ਆਪਾਂ ਲੱਖਾਂ ਯਤਨ ਕਰੀਏ। ਤੀਰਥਾਂ ਦੇ ਨਹਾਉਣ ਦੇ ਨਾਲ ਜੇ ਤੀਰਥ ਤੇ ਜਾਈਏ ਆਪਾਂ ਥੱਕ ਜਾਂਦੇ ਹਾਂ, ਥਕੇਵਾਂ ਤੇ ਲੈ ਜਾਂਦਾ ਨਹਾਉਣ ਦੇ ਨਾਲ। ਸਰੀਰ ਦੀ ਜੀ ਕੋਈ ਮੈਲ ਹੋਵੇ, ਕਬੀਰ ਖੇ ਹੋਈ ਤੋ ਕਿਆ ਭਇਆ, ਜਾਂ ਉੱਡ ਲੱਗਾ ਅੰਗ। ਮਿੱਟੀ ਘੱਟਾ ਉੱਤੇ ਪਿਆ ਹੋਵੇ, ਨਹਾਉਣ ਦੇ ਨਾਲ ਉਹ ਤੇ ਲੈ ਜਾਂਦਾ। ਪਰ ਜਿਹੜਾ ਅੰਦਰ ਮਨ ਆ ਨਾ, ਤਨ ਮੈਂ ਮਨੂਆ, ਮਨ ਮੈਂ ਸੱਚਾ, ਜੇ ਮਨ ਦੇ ਵਿੱਚ ਸੱਚਾ ਪਰਮੇਸ਼ਰ ਨਹੀਂ ਤਾਂ ਮਨ ਦੀ ਮੈਲ ਜਿਹੜੀ ਉਹ ਕਦਾ ਚਿੱਤ ਨਹੀਂ ਉਤਰਦੀ। ਕਨਕ ਕਾਮਨੀ ਹਾਵਰ ਗਾਵਰ, ਬਹੁ ਬਿਦ ਦਾਨ ਦਾ ਤਾਰਾ। ਜੇ ਦਾਨ ਪੁੰਨ ਦਈਏ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਮਹਾਰਾਜ ਕਹਿਣ ਲੱਗੇ ਨਹੀਂ। ਕਨਕ ਕਾਮਣੀ, ਕਨਕ ਨਾ ਹੈ ਸੋਨੇ ਦਾ, ਕਾਮਣੀ ਕਹੀਏ ਇਸਤਰੀ, ਹੈਵਰ ਹਾਥੀ ਘੋੜੇ। ਪੁਰਾਣੇ ਸਮੇਂ ਅੰਦਰ ਬਹੁਤ ਸਾਰੇ ਲੋਕ ਜਿਹੜੇ ਨੇ ਦਾਨ ਵਿੱਚ ਵਿਸ਼ਵਾਸ ਰੱਖਦੇ ਸੀ। ਜ਼ਮੀਨਾਂ ਦਾਨ ਦੇ ਦੇਣੀਆਂ, ਇਸਤਰੀਆਂ ਦਾਨ ਕਰ ਦੇਣੀਆਂ, ਸੋਨੇ ਦੇ ਗਹਿਣਿਆਂ ਨਾਲ ਲੱਦੀਆਂ ਹੋਈਆਂ, ਗਊਆਂ ਦਾਨ ਕਰ ਦੇਣੀਆਂ, ਹਾਥੀ ਘੋੜੇ ਦਾਨ ਕਰ ਦੇਣੇ। ਮਹਾਰਾਜ ਕਹਿਣ ਲੱਗੇ ਭਾਵੇਂ ਸੋਨਾ ਦਾਨ ਦੇ, ਭਾਵੇਂ ਇਸਤਰੀ ਦਾਨ ਦੇ, ਹਾਥੀ ਘੋੜੇ ਜੇ ਦਾਨ ਦਿੱਤੀਏ, ਬਹੁਬਿਧ ਦਾਨ ਦਾ ਤਾਰਾ। ਜੇ ਕੁਝ ਵੀ ਤੇਰੇ ਤੋਂ ਦਾਨ ਦਿੱਤਾ ਜਾਂਦਾ, ਜੇ ਆਪਾਂ ਕਹੀ ਵੀ ਦਾਨ ਦੇ ਕੇ ਪਰਮੇਸ਼ਰ ਦੀ ਪ੍ਰਾਪਤੀ ਹੈ,
ਤਾਂ ਇਸ ਤਰੀਕੇ ਦੇ ਨਾਲ ਇਹ ਕਰਮ ਕਾਂਡ ਆ ਜਾਂਦਾ। ਇਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰਾਂ ਦਾ ਹੁਕਮ ਆ, ਹਰ ਕਾ ਨਾਮ ਧਿਆਏ ਸੁਣ ਸਭਨਾ ਨੌ ਕਰ ਦਾਨ। ਪਰਮੇਸ਼ਰ ਦਾ ਨਾਮ ਜਪਣਾ ਵੀ ਹੈ ਅਤੇ ਨਾਮ ਹੋਰਾਂ ਨੂੰ ਜਪਾਉਣਾ ਵੀ ਹੈ। ਇਹ ਜਿਹੜਾ ਗੁਰਮਤਿ ਦੇ ਮੁਤਾਬਕ ਆ ਉਹਦੇ ਮੁਤਾਬਕ ਕਰੀਏ ਤੇ ਆਪਾਂ ਪਰਮੇਸ਼ਰ ਦੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ। ਜੇ ਕਰਮ ਕਾਂਡ ਵਿੱਚ ਆ ਕੇ ਆਪਾਂ ਮਨ ਹੱਠ ਕਰਕੇ ਦਾਨ ਦੀ ਦੁਨੀਆ ਵਿੱਚ ਆ ਜਾਈਏ ਕਿ ਸ਼ਾਇਦ ਅਸੀਂ ਮੁਕਤ ਹੋ ਜਾਵਾਂਗੇ, ਮਹਾਰਾਜ ਕਹਿਣਗੇ ਇਸ ਤਰੀਕੇ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਅੰਨ ਬਸਤਰ ਭੂਮ ਬਹੁ ਅਰਪੇ ਨਹਿ ਮਿਲਿਆ ਹਰ ਦੁਆਰਾ। ਅੰਨ ਦਾਨ ਦੇਣ ਦੇ ਨਾਲ, ਬਸਤਰ ਦਾਨ ਦੇਣ ਦੇ ਨਾਲ, ਭੂਮੀ ਦਾਨ ਦੇਣ ਦੇ ਨਾਲ ਮਹਾਰਾਜ ਕਹਿਣ ਲੱਗੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਨਹੀਂ ਗਿਣਿਆ ਜਾਂਦਾ। ਪ੍ਰਵਾਨ ਗਣੇ ਸੇਈਏ ਆਏ ਸਫਲ ਤਿਨਾ ਕੇ ਕਾਮਾ। ਵਾਹਿਗੁਰੂ ਦੇ ਦਰ ਤੇ ਤਾਂ ਪ੍ਰਵਾਨ ਗਿਣਿਆ ਜਾਂਦਾ ਜੇ ਆਪਾਂ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਵਾਹਿਗੁਰੂ ਦੇ ਦਰ ਦੇ ਉੱਤੇ ਉਹ ਜੀਵ ਪ੍ਰਵਾਨ ਹੁੰਦਾ ਜਿਹੜਾ ਪਰਮੇਸ਼ਰ ਦੀ ਬੰਦਗੀ ਵਾਲਾ ਆ ਜਾਂ ਪਰਮੇਸ਼ਰ ਦੀ ਭੈ ਭਾਵਨੀ ਵਾਲਾ ਆ। ਸੰਸਾਰ ਦੇ ਜੀਆਂ ਰਿਜਕ ਬਸਤਰ ਭੂਮੀ ਆਦਿਕ ਜਿਹੜੀਆਂ ਦਾਤਾਂ ਦਾਨ ਦੇ ਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ। ਜੇ ਮਾਰੇ ਕਹਿਣ ਲੱਗੇ ਮੂਰਤੀ ਆਦਿਕ ਦੀ ਪੂਜਾ ਕਰੀਏ ਤਾਂ ਵੀ ਪਿਆਰੇ ਇਨ ਬਿਧ ਮਿਲਣ ਨਾ ਜਾਈ। ਵਾਹਿਗੁਰੂ ਨੂੰ ਮਿਲਿਆ ਨਹੀਂ ਜਾਂਦਾ। ਕਬੀਰ ਪਾਹਣ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ ਪਰਵਾਸੈ ਜੋ ਰਹਿ ਬੁੱਢੇ ਕਾਲੀ ਤਾਰ। ਮੂਰਤੀ ਆਦਿਕ ਦੀ ਪੂਜਾ ਕੀਤਿਆਂ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਜਾਂ ਫਿਰ ਮੂਰਤੀਆਂ ਦੀ ਪੂਜਾ ਕਰਦਿਆਂ ਬਹੁਤ ਸਾਰੇ ਸੁਗੰਧੀ ਵਾਲੇ ਜਿਹੜੇ ਪਦਾਰਥ ਨੇ ਉਹਨਾਂ ਦੇ ਚੰਦਨ ਆਦਿਕ ਦਾ ਛਿੜਕਾਅ ਕਰੀਏ। ਬੰਦਨਾ ਬਹੁਤ ਸਾਰੇ ਲੋਕ ਜਿਹੜੇ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਥਾਂ ਪਰ ਥਾਂ ਲੰਮੇ ਪੈ ਡੰਡੌਤ ਕਰਦੇ। ਉਹੋ ਜਿਹੀਆਂ ਡੰਡੌਤਾਂ ਕੀਤਿਆਂ ਮਹਾਰਾਜ ਕਹਿਣ ਲੱਗੇ ਬੰਦਨਾ ਕੀਤਿਆਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਪੂਜਾ ਅਰਚਾ ਬੰਦਨ ਡੰਡੌਤ ਖਟ ਕਰਮਾ ਰਤ ਰਹਿਤਾ। 6 ਜਿਹੜੇ ਸ਼ਾਸਤਰ ਨੇ ਉਹਨਾਂ ਦੇ 6 ਹੀ ਵਿਧਾਨ ਨੇ। ਪੜ੍ਹਨਾ ਪੜ੍ਹਾਉਣਾ, ਜਗ ਕਰਨੇ ਜਗ ਕਰਾਉਣੇ, ਦਾਨ ਦੇਣਾ ਦਾਨ ਲੈਣਾ। ਇਹ 6 ਪ੍ਰਕਾਰ ਦੇ ਕਰਮਾਂ ਦੇ ਵਿੱਚ ਪੂਰਾ ਨਿਸ਼ਚੇ ਦੇ ਸਹਿਤ ਜੀਵਨ ਬਤੀਤ ਕਰ ਲਵੇ। ਖਟ ਕਰਮਾ ਰਤ ਰਹਿਤਾ, ਇਹਦੇ ਨਾਲ ਬੜਾ ਪਿਆਰ ਹੋਵੇ। ਇਹ ਕਰਮ ਕੀਤਿਆਂ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਮਹਾਰਾਜ ਨੇ ਬਚਨ ਕੀਤਾ ਪਿਆਰੇ ਇਨ ਬਿਧ ਮਿਲਣ ਨਾ ਜਾਈ। ਵਾਹਿਗੁਰੂ ਦੀ ਪ੍ਰਾਪਤੀ ਉਹਦੀ ਭਗਤੀ ਕੀਤਿਆਂ ਹੁੰਦੀ ਹੈ, ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਹੁੰਦੀ ਹੈ। ਹਉ ਹਉ ਕਰਤ ਬੰਧਨ ਮਹਿ ਪਰਿਆ ਨਹਿ ਮਿਲਿਆ ਇਹ ਜੁਗਤਾ। ਜਿੰਨੇ ਅਸੀਂ ਕਰਮ ਕਰੀ ਜਾਂਦੇ ਹਾਂ ਉਹਨਾਂ ਕਰਮਾਂ ਦੀ ਮੈਲ ਸਾਡੇ ਮਨ ਤੇ ਲੱਗੀ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਹਾਂ ਹਾਂ ਕਰਤ ਬੰਧਨ ਮੈਂ ਪਰਿਆ। ਜਿਉਂ ਜਿਉਂ ਜੀਵ ਹਉਮੈ ਦੇ ਸਹਿਤ ਹੋਈ ਜਾਂਦਾ, ਹੰਗਤਾ ਦੇ ਸਹਿਤ ਹੋਈ ਜਾਂਦਾ, ਤਿਉਂ ਤਿਉਂ ਇਹ ਜੀਵ ਜਿਹੜਾ ਹੈ ਬੰਧਨਾਂ ਨੂੰ ਪ੍ਰਾਪਤ ਹੋਈ ਜਾਂਦਾ, ਬੰਧਨਾਂ ਵਿੱਚ ਪਈ ਜਾਂਦਾ। ਨਹਿ ਮਿਲੀਐ ਜੁਗਤਾ, ਇਸ ਜੁਗਤੀ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਜੋਗ ਸਿੱਧ ਆਸਨ 84 ਹੋ ਇਹ ਭੀ ਕਰ ਕਰ ਰਹਿਆ। ਜੋਗ ਮਤ ਦੇ ਮੁਤਾਬਕ ਜਿਹੜੇ 84 ਆਸਣ ਨੇ ਉਹਨਾਂ ਦੀ ਵਾਰ-ਵਾਰ ਆਪਾਂ ਅਭਿਆਸ ਕਰਦੇ ਰਹੀਏ। ਇਹ ਕਰ ਕਰਕੇ ਬਹੁਤ ਸਾਰੇ ਲੋਕ ਪਹਿਲਾਂ ਉਸਤਾਦ ਲੋਕ ਕਰਦੇ ਆ, ਉਹ ਵਿਦਿਆਰਥੀ ਨੂੰ ਸਿਖਾਲਦੇ ਆ, ਫਿਰ ਉਹ ਕਰਦੇ ਆ। ਇਹ ਵੀ ਕਰ ਕਰ ਰਹੇ ਆ। ਸਿਖਾਉਣ ਵਾਲੇ ਵੀ ਕਰ ਕਰ ਚਲੇ ਗਏ, ਸਿੱਖਣ ਵਾਲੇ ਵੀ ਕਰ ਕਰ ਚਲੇ ਗਏ ਅਤੇ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ। ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ ਜਦੋਂ ਜੋਗੀ ਬੈਠੇ ਆ, ਤਨ ਦੇ ਉੱਤੇ ਸਵਾਹ ਮਲੀ ਹੈ। ਮਹਾਰਾਜ ਨੇ ਪੁੱਛਿਆ ਵੀ ਪਿੰਡੇ 'ਤੇ ਸਵਾਹ ਮਲਣ ਦਾ ਕੀ ਕਾਰਨ ਹੈ? ਕਹਿਣ ਲੱਗੇ ਸਾਨੂੰ ਆਪਣੀ ਨਾ ਚਿਖਾ ਯਾਦ ਰਹਿੰਦੀ ਵੀ ਸਰੀਰ ਨੇ ਸੜ ਕੇ ਸਵਾਹ ਹੋਣਾ। ਮਹਾਰਾਜ ਕਹਿਣ ਲੱਗੇ ਗੱਲ ਤਾਂ ਠੀਕ ਹੈ, ਪਰ ਇਹਦੇ ਇੱਕ ਅੱਗੇ ਵੀ ਗੱਲ ਹੈ ਨਾ। ਜੋਗੀ ਗਿਆਨ ਵਿੱਚ ਹੋਣਿਆ ਨਿਸ ਦਿਨ ਅੰਗ ਲਗਾਏ ਇਸ਼ਾਰਾ। ਠੀਕ ਆ ਤੁਸਾਂ ਇਹ ਸਵਾਹ ਮਲ ਲਈ, ਗਿਆਨ ਦੀ ਗੱਲ ਆ ਕਿ ਸਾਡੀ ਰਾਖ ਬਣਨਾ ਸਰੀਰ ਨੇ, ਪਰ ਅਗਲੀ ਗੱਲ ਕਿਉਂ ਭੁੱਲ ਗਏ? ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਾਰੇ ਉੱਪਰ ਇਸ਼ਾਰੋ। ਇਹ ਵੀ ਚੇਤਾ ਰੱਖਣਾ ਹੈ ਕਿ ਜੇ ਅਸੀਂ ਹਉਮੈ ਦੇ ਸਹਿਤ ਜੀਵਨ ਬਤੀਤ ਕਰਨੇ ਆ, ਸਰੀਰ ਨੇ ਸੜ ਕੇ ਸੁਆਹ ਹੋਣਾ, ਇਹਦਾ ਜ਼ਰਾ ਜਰਾ ਜਿਹੜਾ ਦੁਨੀਆ ਦੇ ਪੈਰਾਂ ਵਿੱਚ ਆਉਣਾ। ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਯੋਗ ਮਤ ਤੋਂ ਅਗਲੀ ਗੱਲ ਦੱਸੀ। ਤੂੰ ਸਾਹਿਬ ਬਖਸ਼ ਕਰਦੇ ਆ ਯੋਗ ਦੇ ਜਿਹੜੇ ਆਸਣ ਨੇ,
ਉਹ ਕਰਨ ਵਾਲੇ ਵੀ ਕਰਾਉਣ ਵਾਲੇ ਵੀ ਕਰ ਕਰਕੇ ਚਲੇ ਗਏ ਨੇ, ਪਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ। ਵੱਡੀ ਆਰਜਾ ਫਿਰ ਜਨਮ, ਹਰ ਸਿਓ ਸੰਗ ਨਾ ਗਹਿਆ। ਪ੍ਰਯਾਣ ਯਾਮਤਾ ਦੇ ਰਾਹੀਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਵਾਸ ਦਸਮ ਦੁਆਰ 'ਚ ਟਿਕਾ ਲੈਂਦੇ ਨੇ, ਤੇ ਉਹਦੇ ਨਾਲ ਜਿਹੜਾ ਸਵਾਸ ਰੋਕ ਕੇ ਤੇ ਲੰਮੀਆਂ ਆਰਜਾਂ ਹੋ ਜਾਂਦੀਆਂ। 5-5 ਹਜ਼ਾਰ ਸਾਲ ਦੀ ਉਮਰ ਦੇ ਜੋਗੀ ਜਿਹੜੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਿਲਾਪ ਹੁੰਦਾ ਉਹਨਾਂ ਦਾ। ਵੱਡੀਆਂ ਆਰਜਾਂ ਵਾਲੇ ਜਿਹੜੇ ਇੱਥੇ ਬਹੁਤ ਸਾਰੇ ਯੋਗ ਮਤ ਦੇ ਲੋਕ ਆਏ। ਵੱਡੀ ਆਰਜਾ ਫਿਰ ਜਨਮੈ, ਵੱਡੀਆਂ ਉਮਰਾਂ ਲੈ ਕੇ ਵੀ ਪਰਮੇਸ਼ਰ ਨੂੰ ਮਿਲਿਆ ਨਹੀਂ ਗਿਆ, ਤੇ ਇਸ ਜਨਮ ਲੈ ਕੇ ਦੁਨੀਆ ਤੇ ਰਹਿ ਫਿਰ ਚਲੇ ਗਏ। ਵਾਰ-ਵਾਰ ਆਉਂਦੇ ਜਾਂਦੇ ਰਹੇ ਹਨ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਰਾਜ ਲੀਲਾ, ਰਾਜਿਆਂ ਦੀ ਲੀਲਾ ਹੁੰਦੀ ਆ। ਖੇਰ ਬਿਰਤ ਰਾਜਨ ਕੀ ਲੀਲਾ, ਰਾਜਿਆਂ ਦੇ ਜਿਹੜੇ ਸ਼ੌਂਕ ਨੇ ਬਾਣੀ ਅੰਦਰ ਜ਼ਿਕਰ ਕੀਤੇ ਨੇ ਮਹਾਰਾਜ ਨੇ। ਰਾਜਿਆਂ ਦਾ ਪਹਿਲਾ ਸ਼ੌਂਕ ਹੈ ਸ਼ਿਕਾਰ ਖੇਡਣਾ। ਦੂਜਾ ਸ਼ੌਂਕ ਸ੍ਰੀ ਰਾਗ 'ਚ ਗੁਰੂ ਅਰਜਨ ਦੇਵ ਮਹਾਰਾਜ ਲਿਖਦੇ ਨੇ, ਬਾਗ ਮਿਲਖ ਸਿਕਦਾਰੀਆਂ, ਰਸ ਭੋਗਣ ਵਿਸਥਾਰ, ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ। ਬਾਦਸ਼ਾਹ ਦੇ ਸ਼ੌਕ ਹੁੰਦੇ ਨੇ ਕਿ ਮੇਰੇ ਬਾਗ ਹੋਣ, ਸ਼ਿਕਾਰ ਖੇਡਣੇ, ਬਾਗ ਲਾਉਣੇ। ਤੇ ਫਿਰ ਉਸ ਤੋਂ ਬਾਅਦ ਕਰਿਆ ਹੁਕਮ ਅਫਾਰਾ। ਬਾਦਸ਼ਾਹ ਨੂੰ ਹੁੰਦਾ ਵੀ ਜਿਹੜਾ ਮੈਂ ਹੁਕਮ 'ਚੋਂ ਮੂੰਹ 'ਚ ਹੁਕਮ ਕੱਢ ਦਿੱਤਾ ਨਾ, ਉਹ ਜਿਹੜਾ ਉਹ ਪ੍ਰਵਾਨ ਹੋਣਾ ਚਾਹੀਦਾ। ਭਾਈ ਗੁਰਦਾਸ ਜੀ ਲਿਖਦੇ ਨੇ, ਅਮਰ ਚਲਾਵੈ ਚੰਮ ਦੇ ਚਾਕਰ ਵਿਚਾਰੇ। ਰਾਜਾ ਜਿਹੜਾ ਉਹ ਚੰਮਦੀਆਂ ਚਲਾਉਂਦਾ, ਚਾਕਰ ਵਿਚਾਰੇ ਪੈ ਵੇਖਦੇ ਆ। ਸੋ ਮਹਾਰਾਜ ਬਖਸ਼ਿਸ਼ ਕਰਦੇ ਆ ਰਾਜ ਲੀਲਾ, ਰਾਜਿਆਂ ਦੀ ਲੀਲਾ। ਬਹੁਤ ਸਾਰੇ ਲੋਕ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਿਕਾਰ ਖੇਡਣ ਤੇ ਕਿੰਤੂ ਪ੍ਰੰਤੂ ਕਰਦੇ। ਉਹਨਾਂ ਨੂੰ ਵਿਚਾਰਿਆਂ ਨੂੰ ਰਹੱਸ ਦਾ ਨਹੀਂ ਪਤਾ ਹੈ। ਰਾਜੇ ਨੇ, ਜਹਾਂਗੀਰ ਬਾਦਸ਼ਾਹ ਨੇ ਐਲਾਨ ਕੀਤਾ ਆਪਣੇ ਤੌਸੇ ਤਖਤ ਤੋਂ ਕਿ ਸਾਡੇ ਰਾਜ ਵਿੱਚ ਕੋਈ ਸ਼ਿਕਾਰ ਨਹੀਂ ਖੇਡੇਗਾ, ਘੋੜ ਸਵਾਰੀ ਨਹੀਂ ਕਰੇਗਾ, ਕਿਲੇ ਨਹੀਂ ਬਣਾਏਗਾ, ਨਗਾਰੇ ਨਹੀਂ ਰੱਖੇਗਾ, ਫੌਜਾਂ ਨਹੀਂ ਰੱਖੇਗਾ। ਤਾਂ ਮਹਾਰਾਜ ਨੇ ਸਿੱਖਾਂ ਨੂੰ ਆਖਿਆ, ਸਭ ਤੋਂ ਪਹਿਲਾਂ ਸ਼ਿਕਾਰ ਖੇਡਾਂਗੇ ਆਪਾਂ, ਬਾਦਸ਼ਾਹ ਦੇ ਹੁਕਮ ਨੂੰ ਚੈਲੰਜ ਕਰਨਾ, ਅਸੀਂ ਤੇਰੇ ਗੁਲਾਮ ਨਹੀਂ ਹਾਂ। ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖੇਡਾਇਆ। ਸ਼ਿਕਾਰ ਖੇਡਣ ਦੀ ਜਿਹੜੀ ਪਹਿਲੀ ਰਹੱਸਮਈ ਗੱਲ ਆ ਉਹ ਇਹ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਦਸ਼ਾਹ ਦੇ ਹੁਕਮ ਨੂੰ ਚੈਲੰਜ ਕਰਨ ਵਾਸਤੇ ਸ਼ਿਕਾਰ ਖੇਡਿਆ। ਦੂਜੀ ਗੱਲ, ਦੁਨੀਆ ਦੇ ਲੋਕ ਤਿੱਤਰਾਂ ਦਾ, ਬਟੇਰਿਆਂ ਦਾ, ਸਹਿਆਂ ਦਾ, ਨਿੱਕੇ ਨਿੱਕੇ ਜਾਨਵਰਾਂ ਦਾ ਸ਼ਿਕਾਰ ਕਰਦੇ ਆ। ਸਾਡੇ ਸਤਿਗੁਰਾਂ ਨੇ ਸ਼ੇਰ ਦਾ ਸ਼ਿਕਾਰ ਕੀਤਾ। ਉਹ ਤੁਹਾਨੂੰ ਸ਼ਿਕਾਰ ਕਰਨਾ ਸਿਖਾ ਲਈਏ, ਕਿਵੇਂ ਕਰੀਦਾ ਸ਼ਿਕਾਰ। ਰਾਜ ਲੀਲਾ, ਦੁਨੀਆ ਉੱਤੇ ਜਿਹੜੇ ਦੁਨਿਆਵੀ ਬਾਦਸ਼ਾਹ ਨੇ ਉਹਨਾਂ ਨੇ ਵੀ ਰਾਜ ਕੀਤਾ ਤੇ ਉਹਦੀ ਲੀਲਾ ਨੇ, ਸ਼ਿਕਾਰ ਖੇਡੇ ਨੇ, ਉਹਨਾਂ ਨੇ ਬਾਗ ਲਾਏ ਨੇ। ਸਾਡੇ ਗੁਰੂ ਸਾਹਿਬਾਨਾਂ ਨੇ ਵੀ ਰਾਜ ਯੋਗ ਭੋਗਿਆ, ਤਖਤ ਵੀ ਬਣਾਏ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਬਣਾਇਆ। ਉੱਚੀ ਜਗ੍ਹਾ ਕਿਉਂ ਬਣਾਈ ਪਤਾ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਚੀ ਜਗ੍ਹਾ ਬੈਠਦੇ ਸੀ, ਕੱਦ ਕਾਠ ਵੀ ਵੱਡਾ ਸੀ, ਸਰੀਰ ਸਡੌਲ ਸੀ। ਸਿੱਖ ਥੱਲੇ ਬੈਠੇ ਆ। ਮਹਾਰਾਜ ਨੇ ਸਿੱਖਾਂ ਨੂੰ ਆਖਿਆ, ਮੈਂ ਉੱਚੀ ਜਗ੍ਹਾ ਬੈਠਾ ਤੇ ਤੁਸੀਂ ਮੇਰੇ ਸਾਹਮਣੇ ਬਹਿਣਾ। ਜਦੋਂ ਥੱਲੇ ਉੱਪਰੋਂ ਵੇਖੋਗੇ ਤੁਹਾਡੀ ਧੌਣ ਉੱਚੀ ਹੋਵੇਗੀ। ਮੈਂ ਆਪਣੇ ਸਿੱਖਾਂ ਨੂੰ ਧੌਣ ਉੱਚੀ ਕਰਕੇ ਜਿਉਣ ਦਾ ਵੱਲ ਸਿਖਾਉਣਾ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਉੱਚੀ ਥਾਂ ਕੀਤੀ ਹੈ ਕਿ ਮੇਰਾ ਸਿੱਖ ਜਿਹੜਾ ਸਵੈਮਾਨ ਦੀ ਜ਼ਿੰਦਗੀ ਬਤੀਤ ਕਰੇ। ਨੀਚੇ ਲੋਇਨ ਕਿਉਂ ਕਰੂੰ? ਅਸੀਂ ਨੀਵੀਆਂ ਅੱਖਾਂ ਕਰਕੇ ਕਿਉਂ ਚੱਲੀਏ? ਅਸਾਂ ਕੋਈ ਪਾਪ ਕੀਤਾ ਕਿ ਅਸੀਂ ਕੋਈ ਇੱਥੋਂ ਦੇ ਯਾਨੀ ਕਿ ਕੋਈ ਖਾਨਾ ਬਦੋਸ਼ ਹਾਂ ਜਾਂ ਕੋਈ ਸਾਡੇ ਕੋਲ ਕਿਸੇ ਤਰ੍ਹਾਂ ਦਾ ਕੋਈ ਰਾਜ ਭਾਗ ਨਹੀਂ। ਗੁਰੂ ਸਾਹਿਬ ਨੇ ਸਾਨੂੰ ਉੱਚਾ ਸਿਰ, ਉੱਚੀਆਂ ਅੱਖਾਂ ਕਰਕੇ ਜਿਉਣ ਦਾ ਵੱਲ ਸਿਖਾਇਆ। ਰਾਜਿਆਂ ਨੇ ਤਖਤ ਬਣਾਏ, ਗੁਰੂ ਸਾਹਿਬਾਨਾਂ ਨੇ ਤਖਤ ਬਣਾਏ। ਰਾਜਿਆਂ ਬਾਗ ਲਵਾਏ, ਗੁਰੂ ਕੇ ਬਾਗ ਨੇ। ਜਿੱਥੇ ਜਾਓਗੇ ਤੁਹਾਨੂੰ ਗੁਰੂ ਕੇ ਬਾਗ ਮਿਲਣਗੇ। ਰਾਜਿਆਂ ਨੇ ਫੌਜਾਂ ਰੱਖੀਆਂ, ਗੁਰੂ ਸਾਹਿਬ ਨੇ ਫੌਜਾਂ ਰੱਖ ਕੇ ਸਾਰੇ ਕਾਰਜ ਕੀਤੇ। ਸਾਹਿਬ ਬਖਸ਼ਿਸ਼ ਕੀਤੇ, ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਫਾਰਾ। ਦੁਨੀਆ ਦਾ ਬਾਦਸ਼ਾਹ ਆਪਣੇ ਤੌਸ ਤਖਤ ਤੋਂ ਬੈਠ ਕੇ ਐਲਾਨ ਕਰਦਾ, ਸ਼ਾਹੀ ਐਲਾਨ, ਜਿਹੜੇ ਘੱਟ ਗਿਣਤੀਆਂ ਵਾਸਤੇ ਮਾਰੂ ਘਾਤਕ ਹੁੰਦੇ ਆ। ਸਾਡੇ ਗੁਰੂ ਸਾਹਿਬਾਨਾਂ ਨੇ ਵੀ ਜਿਹੜਾ ਦਿੱਲੀ ਦੇ ਤੌਸ ਤਖਤ ਦੀ ਲੰਬਾਈ ਚੜਾਈ ਆ ਉਹ ਵੀ 4 ਫੁੱਟ ਚੌੜਾ, 6 ਫੁੱਟ ਲੰਮਾ ਹੈ, ਕੁਝ ਇੰਚ ਵੱਧ ਨੇ ਉਹਦੇ। ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਦੀ ਦਹਲੀਜ਼ 4 ਫੁੱਟ
ਚੌੜੀ 6 ਫੁੱਟ ਲੰਮੀ ਹੈ। ਇੱਥੋਂ ਵੀ ਰੋਜ਼ ਰੋਜ਼ ਇੱਕ ਸ਼ਾਹੀ ਫਰਮਾਨ ਜਾਰੀ ਹੁੰਦਾ। ਗੁਰੂ ਸਾਹਿਬ ਸ਼ਾਹੀ ਫਰਮਾਨ ਕਰਦੇ ਨੇ, ਫਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ। ਸਹੀ ਤੇਰਾ ਫਰਮਾਨ ਕਿਨੇ ਨਾ ਫੇਰੀ ਹੈ। ਗੁਰੂ ਸਾਹਿਬ ਨੇ ਜਿੰਨੇ ਫਰਮਾਨ ਕੀਤੇ ਉਹ ਸਾਰੇ ਸਹੀ ਹੋਏ। ਦੁਨੀਆ ਦੇ ਬਾਦਸ਼ਾਹ ਐਲਾਨ ਕਰਦੇ ਨੇ ਜਿਹੜੇ ਦੁਨੀਆ ਦੇ ਜੀਵਾਂ ਨੂੰ ਗਲਤ ਲੱਗਦੇ ਨੇ, ਜਿਵੇਂ ਅੱਜ ਤੁਹਾਡੇ ਉੱਤੇ ਇੱਕ ਫਰਮਾਨ ਥੋਪਿਆ ਗਿਆ, ਉਹ ਜਿਹੜੇ ਕਾਲੇ ਕਾਨੂੰਨ ਬਣਾਏ ਗਏ ਨੇ ਦੁਨੀਆ ਨੇ ਪ੍ਰਵਾਨ ਨਹੀਂ ਕੀਤੇ। ਮੈਂ ਸਮਝਣਾ ਕਲਗੀ ਬਸ ਸਮਝ ਨਹੀਂ ਆਉਂਦੀ ਇਸ ਗੱਲ ਦੀ। ਗੁਰੂ ਨਾਨਕ ਦੇਵ ਮਹਾਰਾਜ ਜੀ ਹਰਿਦੁਆਰ ਗਏ ਆ, ਦੁਨੀਆ ਦੇ ਲੋਕ ਸੂਰਜ ਨੂੰ ਪਾਣੀ ਪਾ ਰਹੇ ਸੀ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਆ ਆਪਾਂ ਵੀ ਕਾਈ ਕਰੀਏ। ਤੇ ਮਹਾਰਾਜ ਗੰਗਾ ਦੇ ਵਿੱਚ ਖਲੋ ਕੇ ਨਾ ਬੁੱਕ ਭਰ ਭਰ ਕੇ ਪਾਣੀ ਦੇ ਛਿੰਝਣ ਲੱਗ ਪਏ। ਪਾਂਡਿਆਂ ਨੇ ਆ ਕੇ ਪੁੱਛਿਆ, ਤੁਸੀਂ ਕੌਣ? ਭਾਈ ਮਰਦਾਨਾ ਕਹਿਣ ਲੱਗੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ। ਕਹਿਣ ਲੱਗੇ, ਕੀ ਕਰ ਰਹੇ ਹੋ? ਅਸੀਂ ਆਪਣੀ ਖੇਤੀ ਨੂੰ ਪਾਣੀ ਲਾ ਰਹੇ ਹਾਂ। ਤੇ ਉਹਨਾਂ ਮੁਖੀ ਬੰਦਿਆਂ ਨੇ ਪੁੱਛਿਆ, ਕਹਿਣ ਲੱਗੇ ਕਿੰਨੀ ਕੁ ਦੂਰ ਖੇਤੀ? ਕਹਿਣ ਲੱਗੇ ਆਹ ਵੇਖੋ ਰਾਵੀ ਦਰਿਆ ਦਾ ਪਰਲਾ ਕਿਨਾਰਾ ਕੇ ਉੱਥੇ ਸਾਡੀ ਖੇਤੀ ਹੈ। ਪਹਿਲਾ ਨੰਬਰ ਸਮਝ ਲਿਓ, ਜਿਹੜੇ ਕੋਈ ਜ਼ਿਮੀਂਦਾਰ ਭਰਾ ਜ਼ਮੀਨਾਂ ਦੇ ਮਾਲਕ ਨੇ, ਦੁਨੀਆ ਦੇ ਵਿੱਚ ਜਿਹੜੇ ਲੋਕ ਕਹਿੰਦੇ ਆ ਕਿ ਪਾਣੀ ਮੁੱਕ ਜਾਣਾ, ਪਾਣੀ ਨੇ ਇਕੱਲੇ ਨੇ ਨਹੀਂ ਜੇ ਮੁੱਕਣਾ। ਜਿਨ੍ਹਾਂ ਨੇ ਖੇਤੀ ਕਰਨੀ ਹੈ ਪਹਿਲਾ ਨੰਬਰ ਉਹ ਗੱਲ ਨੂੰ ਸਮਝ ਲਓ, ਪਾਣੀ ਨੇ ਇਕੱਲੇ ਨੇ ਨਹੀਂ ਮੁੱਕਣਾ ਹੈ। ਕਦੋਂ ਮੁੱਕੇਗਾ ਪਾਣੀ? ਗਿਰ ਬਸੁਦਾ ਜਲ ਪਵਨ ਜਾਏਗੋ। ਜਦੋਂ ਇਹ ਮੁੱਕੇਗਾ ਸਾਰਾ ਕੁਝ ਇਕੱਠਾ ਮੁੱਕੇਗਾ, ਇੱਕ ਚੀਜ਼ ਨਹੀਂ ਜੇ ਮੁੱਕਣੀ। ਜਿਸ ਬੰਦੇ ਨੇ ਖੇਤੀ ਕਰਨੀ ਉਹਨੂੰ ਆਪਣਾ ਜ਼ਿਗਰਾ ਬੇਫਿਕਰ ਵੱਡਾ ਰੱਖਣਾ ਚਾਹੀਦਾ, ਕਿਉਂਕਿ ਤੇਰੀ ਖੇਤੀ ਦਾ ਫਿਕਰ ਜਿਹੜਾ ਬਾਬੇ ਨਾਨਕ ਨੂੰ ਹਰਿਦੁਆਰ ਦੀ ਧਰਤੀ ਤੱਕ ਹੈ। ਗੁਰੂ ਨਾਨਕ ਦੇਵ ਮਹਾਰਾਜ ਉੱਥੇ ਖਲੋ ਕੇ ਆਪਣੀ ਖੇਤੀ ਨੂੰ ਪਾਣੀ ਦਿੰਦੇ ਪਿਆ। ਖੇਤੀ ਗੁਰੂ ਨਾਨਕ ਸਾਹਿਬ ਦੀ ਹੈ, ਕਿਸੇ ਰਾਜੇ ਰਜਵਾੜੇ ਦੇ ਕਹਿਣ ਨਾਲੇ ਫਸਲਾਂ ਜਿਹੜੀਆਂ ਇਹ ਬੰਦ ਨਹੀਂ ਹੋਣੀਆਂ। ਇਹ ਜ਼ਮੀਨਾਂ ਦੀ ਮਾਲਕੀ ਏਡੀ ਛੇਤੀ ਖੁੱਸਣ ਵਾਲੀ ਨਹੀਂ। ਜਦੋਂ ਦੇਣ ਵਾਲਾ ਗੁਰੂ ਨਾਨਕ ਦੇਵ ਮਹਾਰਾਜ ਹੋਵੇ, ਜ਼ਮੀਨਾਂ ਦੇਣ ਵਾਲਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੋਵੇ, ਗੁਰੂ ਸਰ ਮਹਾਰਾਜ ਦੀ ਧਰਤੀ। ਭਾਈ ਮੋਹਨ ਨੂੰ ਮਹਾਰਾਜ ਕਹਿੰਦੇ, ਜਾ ਸ਼ਾਮ ਹੁੰਦਿਆਂ ਤੱਕ ਜਿੱਥੇ ਜਾ ਕੇ ਸ਼ਾਮ ਪੈ ਗਈ ਮੋੜੀ ਗੱਡਦੀ ਤੇ ਉੱਥੇ ਦੀਆਂ ਜ਼ਮੀਨਾਂ ਤੇਰੀਆਂ ਹੋ ਜਾਣਗੀਆਂ। ਜੇ ਦੇਣ ਵਾਲਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੋਵੇ, ਜੇ ਜ਼ਮੀਨਾਂ ਦੇਣ ਵਾਲਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਹੋਵੇ, ਤਾਂ ਇਹਨਾਂ ਦੀ ਬਰਾਬਰੀ ਖੋਣ ਵਾਲੇ ਕਰ ਸਕਦੇ? ਦੱਸੋ ਕਿੱਥੇ ਸੰਸਾਰੀ ਜੀਵ, ਕਿੱਥੇ ਨਿਰੰਕਾਰ ਦਾ ਰੂਪ ਨਾਨਕ ਨਿਰੰਕਾਰੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦਾ ਮਾਲਕ ਜ਼ਮੀਨਾਂ ਦਵੇ ਤੇ ਆਮ ਦੁਨਿਆਵੀ ਦੋ ਕੁ ਬੰਦੇ ਖੋਲਣ ਹੋ ਸਕਦਾ? ਕਦਾਚਿਤ ਨਹੀਂ ਹੋਏਗਾ। ਸਤਿਗੁਰਾਂ ਮਾਰੂ ਕੀ ਵਾਰ ਜਿਹੜੀ 21ਵੇਂ ਰਾਗ ਦੀ ਵਾਰ ਹੈ ਨਾ, ਪੰਜਵੇਂ ਪਾਤਸ਼ਾਹ ਦੀ ਦੱਖਣੇ ਦੀ, ਉਹਦੇ ਵਿੱਚ ਜ਼ਿਕਰ ਕੀਤਾ ਸੁਖ ਸਮੂਹਾ ਭੋਗ ਭੂਮ ਸਬਾਈ ਕੋਤਣੀ। ਇੱਥੇ ਨਾ ਇਹ ਸੁਭਾਵਨਾ ਅਲੰਕਾਰ ਹੈ ਵੀ ਜੇ ਕੋਈ ਬੰਦਾ ਸਾਰੀ ਧਰਤੀ ਦਾ ਮਾਲਕ ਬਣ ਜਾਏ, ਸੰਭਾਵਨਾ ਹੈ, ਹੋ ਨਹੀਂ ਸਕਦਾ। ਸਾਰੀ ਧਰਤੀ ਦਾ ਮਾਲਕ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਹੋ ਸਕਦਾ, ਬਾਕੀ ਦੁਨੀਆ ਦਾ ਬੰਦਾ ਕੋਈ ਨਹੀਂ ਹੋ ਸਕਦਾ। ਦਿਲ ਛੋਟਾ ਕਰਨ ਦੀ ਲੋੜ ਨਹੀਂ। ਜਿਹਨੇ ਸਾਨੂੰ ਪੈਦਾ ਕੀਤਾ ਉਹ ਸਾਡਾ ਰਖਵਾਲਾ ਹੀ ਹੈ। ਰੋਜ਼ ਚੌਪਈ ਸਾਹਿਬ 'ਚ ਬਚਨ ਹੁੰਦੇ ਆ, ਚੁਣ ਚੁਣ ਛਤਰਾ ਹਮਾਰੇ ਮਾਰੀਏ ਹੈ। ਸਾਨੂੰ ਮਾਰਨ ਵਾਲੇ ਬੜੇ ਮਰ ਮੁਰ ਗਏ। ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਨਹੀਂ ਮਰਨ ਵਾਲਾ। ਗੁਰੂ ਨਾਨਕ ਦੇਵ ਮਹਾਰਾਜ ਹਰਿਦੁਆਰ ਖਲੋ ਕੇ ਆਪਣੀ ਖੇਤੀ ਨੂੰ ਪਾਣੀ ਪੈ ਲਾ ਰਹੇ ਨੇ। ਪਹਿਲਾ ਨੰਬਰ ਤਾਂ ਦੁਨੀਆ ਉੱਤੇ ਜਿਸ ਜ਼ਿਮੀਂਦਾਰ ਕੋਲ ਆਪਣਾ ਸਾਧਨ ਨਹੀਂ, ਗੁਰੂ ਨਾਨਕ ਦੇਵ ਮਹਾਰਾਜ ਉਹਦੀ ਖੇਤੀ ਨੂੰ ਆਪ ਪਾਣੀ ਲਾਉਂਦੇ ਆ, ਭਾਵੇਂ ਬੁੱਕਾਂ ਨਾਲ ਛਿੰਝਣ, ਭਾਵੇਂ ਮੀਂਹ ਪਾ ਕੇ ਪਿਆਉਣ, ਭਾਵੇਂ ਕਿਸੇ ਗਵਾਂਢੀ ਦੇ ਮਨ 'ਚ ਵਸ ਕੇ ਉਹਦੀ ਖੇਤੀ ਪਿਆਉਣਗੇ। ਹੁਣ ਉਹਦੇ ਵਿੱਚੋਂ ਗੱਲ ਸਮਝਣ ਵਾਲੀ ਹੈ। ਗੁਰੂ ਨਾਨਕ ਦੇਵ ਮਹਾਰਾਜ ਹਰਿਦੁਆਰ ਖਲੋ ਕੇ ਆਪਣੀ ਖੇਤੀ ਨੂੰ ਪਾਣੀ ਲਾ ਰਹੇ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਤੇ ਨਹੀਂ ਨਾ ਹੈ, ਹਰਿਦੁਆਰ ਬੈਠੇ ਨੇ ਨਾ। ਤੇ ਜੇ ਅੱਜ ਕਹੀਏ ਬਾਬਾ ਨਾਨਕ ਅੱਜ ਸਾਡੇ ਕੋਲ ਨਹੀਂ, ਸਾਡੇ ਅੱਜ ਵੀ ਸਾਡੇ ਤੋਂ ਸਰੀਰ ਕਰਕੇ ਭਾਵੇਂ ਨਹੀਂ ਨਜ਼ਰ ਆਉਂਦੇ, ਸ਼ਬਦ ਰੂਪ ਕਰਕੇ ਤੇ ਸਾਡੇ ਨਾਲ ਨੇ। ਅੱਜ ਵੀ ਸਾਡੀ ਖੇਤੀ ਦੀ ਸੰਭਾਲ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਬਹਿ ਕੇ ਕਰ ਰਹੇ ਆ। ਚਿੱਤ ਡਲਾਉਣ ਦੀ ਲੋੜ ਨਹੀਂ, ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਬਖਸ਼ਿਸ਼ ਆ। ਤੋ ਸਤਿਗੁਰ ਭਾਈ ਬਖਸ਼ਿਸ਼ ਕਰਦੇ ਆ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਜੇ ਬਾਦਸ਼ਾਹ ਦਾ ਸੁਭਾਅ ਹੁੰਦਾ, ਬਾਦਸ਼ਾਹ ਨੂੰ ਜਦੋਂ ਰਾਜ ਤਖਤ ਤੇ ਬਹਿੰਦਾ ਉਹਦਾ ਸੁਭਾਅ ਬਣ ਜਾਂਦਾ ਕਿ ਸ਼ਿਕਾਰ ਖੇਡਣੇ,
ਭਾਵੇਂ ਉਹ ਜਾਨਵਰਾਂ ਦਾ ਕਰੇ, ਭਾਵੇਂ ਉਹ ਆਮ ਘੱਟ ਗਿਣਤੀਆਂ ਦਾ ਕਰੇ ਜਾਂ ਜੀਵਾਂ ਦਾ ਕਰੇ। ਇਹ ਰਾਜਿਆਂ ਦੀ ਲੀਲਾ ਆ, ਬਾਗ ਲਾਉਣੇ, ਸ਼ਿਕਾਰ ਖੇਡਣੇ, ਰੋਜ਼ ਨਵੇਂ ਤੋਂ ਨਵਾਂ ਹੁਕਮ ਫੇਰਨਾ। ਇਹ ਬਾਦਸ਼ਾਹ ਦਾ ਸੁਭਾਅ ਆ, ਉਹ ਬਦਲ ਨਹੀਂ ਸਕਦਾ। ਤੋ ਜਿਹੜਾ ਹੁਕਮ ਹੁੰਦਾ ਆ, ਮਹਾਰਾਜ ਕਹਿਣ ਲੱਗੇ ਵੀ ਭਾਵੇਂ ਕੋਈ ਰਾਜਾ ਬਣ ਕੇ ਤਰ੍ਹਾਂ ਤਰ੍ਹਾਂ ਦੀਆਂ ਲੀਲਾ ਰਚਨਾ ਕਰੇ, ਰੋਜ਼ ਨਵੇਂ ਤੋਂ ਨਵਾਂ ਹੁਕਮ ਚੜ੍ਹਾਏ, ਉਹ ਜਿਹੜਾ ਬਾਦਸ਼ਾਹ ਆ, ਇਹ ਜੇ ਰਾਜ ਭਾਗ ਭੋਗਣ ਵਾਲਿਆਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ? ਕਹਿਣ ਲੱਗੇ ਨਹੀਂ। ਰੋਜ਼ ਹੁਕਮ ਚਲਾਉਣ ਵਾਲਿਆਂ ਨੂੰ ਕਦੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਹੁਕਮ ਹੀ ਆਇਆ, ਹੁਕਮ ਨਾ ਬੂਝੈ, ਹੁਕਮ ਸਵਾਰਨ ਹਾਰਾ। ਵਾਹਿਗੁਰੂ ਦੇ ਹੁਕਮ 'ਚ ਆਪਾਂ ਸੰਸਾਰ 'ਤੇ ਆਏ ਹਾਂ। ਇੱਥੇ ਆ ਕੇ ਆਪਾਂ ਵਾਹਿਗੁਰੂ ਦਾ ਹੁਕਮ ਨਹੀਂ ਬੁੱਝਦੇ, ਆਪਣੇ ਹੁਕਮ ਕਰਨ ਲੱਗੇ ਵੀ ਮੇਰਾ ਹੁਕਮ ਮੰਨੋ। ਮਹਾਰਾਜ ਕਹਿਣ ਲੱਗੇ ਵੀ ਜਿਹੜਾ ਹੁਕਮ ਸਵਾਰਨ ਹਾਰਾ, ਵਾਹਿਗੁਰੂ ਦਾ ਹੁਕਮ ਹੀ ਸਾਡੇ ਜੀਵਨਾਂ ਨੂੰ ਸਵਾਰਨ ਵਾਲਾ ਹੈ। ਜੇ ਅਸੀਂ ਕਹੀਏ ਨਾ ਵੀ ਸਾਡਾ ਜਿਹੜਾ ਮੈਂ ਹੁਕਮ ਕਰ ਦਿੱਤਾ ਇਹ ਸਾਰੇ ਦੰਦਾਰ ਸੰਸਾਰ 'ਤੇ ਲਾਗੂ ਹੋਏਗਾ, ਇਹ ਜਿਹੜਾ ਹੁਕਮ ਆ ਇਹ ਕਦਾ ਚਿੱਤ ਵੀ ਨਹੀਂ ਚੱਲਣਾ, ਕਿਉਂਕਿ ਹੁਕਮ ਤੇ ਪਰਮੇਸ਼ਰ ਦਾ ਚੱਲਣਾ ਨਾ। ਹੁਕਮ ਪਰਮੇਸ਼ਰ ਦਾ ਚੱਲਣਾ ਹੈ, ਇੱਥੇ ਕਿਸੇ ਸੰਸਾਰੀ ਜੀਵ ਦਾ ਹੁਕਮ ਨਹੀਂ ਚੱਲਦਾ ਹੈ। ਪਰ ਫਿਰ ਵੀ ਰਾਜੇ ਜਿਹੜੇ ਨੇ ਉਹਨਾਂ ਦੀ ਲੀਲਾ ਆ, ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਬਾਦਸ਼ਾਹ ਜਿਹੜੇ ਨੇ ਰਾਜ ਭਾਗ ਭੋਗਦੇ, ਰੋਜ਼ ਨਵੇਂ ਤੋਂ ਨਵਾਂ ਹੁਕਮ ਜਿਹੜਾ ਉਹ ਕਰਦੇ ਰਹਿੰਦੇ ਹਨ। ਸੇਜ ਸੋਹਣੀ ਚੰਦਨ ਚੂਆ, ਨਰਕ ਘੋਰ ਕਾ ਦੁਆਰਾ। ਜੇ ਸੁੰਦਰ ਸੇਜਾ ਹੋਵੇ, ਬੜਾ ਨਵਾਰੀ ਪਲੰਗ ਹੋਵੇ, ਅਤਲਸ ਦਾ ਸਰਾਣਾ ਹੋਵੇ, ਸੋਹਣੀ ਤਲਾਈ ਹੋਵੇ, ਉੱਤੇ ਫੁੱਲਾਂ ਦੀ ਛੇਜ ਵਿਛੀ ਹੋਵੇ, ਐਨਸ ਫੂਲ ਵਿਛਾਵੇ ਮਾਲੀ, ਤੇ ਕਹਿਣ ਲੱਗੇ ਫਿਰ ਚੰਦਨ ਦਾ ਛਿੜਕਾਅ ਕੀਤਾ ਹੋਵੇ, ਸਾਰਾ ਕਮਰਾ ਜਿਹੜਾ ਮਹਿਕ ਨਾਲ ਉੱਠਿਆ ਹੋਵੇ। ਇੰਨਾ ਸੁੱਖ ਸਹੂਲਤ ਹੁੰਦਿਆਂ ਜੇ ਪਰਮੇਸ਼ਰ ਦੀ ਯਾਦ ਨਾ ਹੋਵੇ ਇਹੋ ਜਿਹੇ ਸੁੱਖ ਸਹੂਲਤ ਵਿੱਚ, ਤੇ ਨਰਕ ਘੋਰ ਕਾ ਦੁਆਰਾ, ਉਹ ਮਨੁੱਖ ਜਿਹੜਾ 84 ਲੱਖ ਜੋਨੀ ਦੇ ਗੇੜੇ ਵਿੱਚ ਆਉਣ ਵਾਲਾ ਹੈ। 84 ਨਰਕ ਸਾਕਤ ਭੋਗਾਈਐ, ਜੈਸਾ ਕੀਚੈ ਤੈਸੋ ਪਾਈਐ। ਕੋਈ ਨਰਕ ਦਾ ਕੋਈ ਖੂਹ ਖਾ ਨਹੀਂ, 84 ਲੱਖ ਜੋਨੀ ਨਰਕ ਮੰਨਿਆ ਬਾਣੀ ਨੇ। ਇਹੋ ਜਿਹੀਆਂ ਸੇਜਾਂ ਦਾ ਰਸ ਮਾਨਣ ਵਾਲਾ ਜੀਵ, ਪਰਮੇਸ਼ਰ ਦੇ ਨਾਮ ਨੂੰ ਤਿਆਗਣ ਵਾਲਾ, 84 ਲੱਖ ਜੋਨੀ ਦੇ ਵਿੱਚ ਵਾਰ-ਵਾਰ ਭਟਕਦਾ ਰਹਿੰਦਾ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਾ ਕਰਮਾ। ਅਕਾਲ ਪੁਰਖ ਵਾਹਿਗੁਰੂ ਦੀ ਕੀਰਤ ਜਿਹੜੀ ਹੈ ਸਾਰੇ ਕਰਮਾਂ ਤੋਂ ਸ੍ਰੇਸ਼ਟ ਕਰਮ ਹੈ ਜੀ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਗੁਰੂ ਨਾਨਕ ਦੇਵ ਮਹਾਰਾਜ ਦੀ ਮੋਹਰ ਲਾ ਕੇ ਸਾਹਿਬ ਕਥਨ ਕਰਦੇ ਆ, ਇਹ ਉਹਨਾਂ ਜੀਵਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੇ ਪੂਰਬਲੇ ਜਨਮ ਭਾਵ ਪਰਮੇਸ਼ਰ ਤੋਂ ਇਹ ਦਾਤ ਲਿਖਾਈ ਹੋਈ ਹੈ ਜੀ। ਤੇਰੋ ਸੇਵਕ ਇਹ ਰੰਗ ਮਾਤਾ। ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਸੇਵਕ ਜਿਹੜਾ ਉਹ ਤੇਰੇ ਰੰਗ ਕਈਏ ਪ੍ਰੇਮ ਦੇ ਵਿੱਚ ਮਸਤਕ ਹੋਇਆ ਹੈ। ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਜਿਨ੍ਹਾਂ ਜੀਵਾਂ ਉੱਤੇ ਗਰੀਬਾਂ ਦੇ ਦੁੱਖ ਭੰਨਣ ਵਾਲਾ ਅਕਾਲ ਪੁਰਖ ਵਾਹਿਗੁਰੂ ਮਿਹਰਬਾਨ ਹੁੰਦਾ ਆ, ਉਹ ਜੀਵ ਜਿਹੜੇ ਨੇ ਕੀਰਤਨ ਦੇ ਵਿੱਚ ਰਾਤਾ ਕਈਏ ਪ੍ਰੇਮ ਸਹਿਤ ਮਸਤ ਹੁੰਦੇ ਹਨ। ਰਹਾਉ ਦੂਜਾ, ਇਸ ਸ਼ਬਦ ਅੰਦਰ 2 ਰਹਾਉ ਸਤਿਗੁਰਾਂ ਨੇ ਵਿਦਮਾਨ ਕੀਤੇ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਖਸ਼ਾਂ ਕੀਤੀਆਂ। ਆਓ ਜੋ ਸਤਿਗੁਰਾਂ ਦੀ ਲੜੀਵਾਰ ਬਾਣੀ ਦੀ ਵਿਚਾਰ ਚੱਲ ਰਹੀ, ਇਹਦੇ ਵੀ ਵਿਚਾਰ ਕਥਨ ਕਰਕੇ ਸਰਵਣ ਕਰਕੇ ਲਾਖਾ ਲਈਏ ਜੀ। ਬਿਲਾਵਲ ਗ੍ਰਹਿ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ। 16ਵੇਂ ਰਾਗ ਬਿਲਾਵਲ ਰਾਗ ਅੰਦਰ ਭਗਤ ਕਬੀਰ ਸਾਹਿਬ ਕਥਨ ਕਰਦੇ ਆ, ਜੇ ਆਪਾਂ ਘਰ ਨੂੰ ਤਿਆਗ ਕੇ, ਗ੍ਰਸਤ ਨੂੰ ਤਿਆਗ ਕੇ ਬਨ ਖੰਡ ਜਾਈਏ, ਜੰਗਲ ਦੇ ਕਿਸੇ ਟੁਕੜੇ ਚਲੇ ਜਾਈਏ, ਕਿਸੇ ਝਿੜੇ 'ਚ ਚਲੇ ਜਾਈਏ, ਕਿਸੇ ਬੀੜ 'ਚ ਚਲੇ ਜਾਈਏ ਤੇ ਉੱਥੇ ਰੋਟੀ ਪਾਣੀ ਨਾ ਖਾਈਏ, ਗੱਲ ਸਮਝ ਲਈਏ ਕਿ ਸ਼ਾਇਦ ਅੰਨ ਖਾਇਆ ਵਿਕਾਰ ਜ਼ਿਆਦਾ ਪੈਦਾ ਹੁੰਦੇ ਨੇ। ਜੈਸਾ ਅੰਨ ਤੈਸਾ ਮਨ, ਅੰਨ ਦੀ ਥਾਂ ਤੇ ਚਲੋ ਚੁਣ ਖਾਈਏ ਕੰਦਾ, ਬਨਸਪਤੀ ਦੇ ਜਿਹੜੇ ਪੱਤੇ ਖਾ ਕੇ ਗੁਜ਼ਾਰਾ ਕਰੀਏ, ਕੰਦ ਮੂਲ, ਗਾਜਰ ਮੂਲੀ ਤੇ ਆਦਿਕ, ਸ਼ੱਕਰਗੰਦੀ, ਗੋਂਗਲੂ ਜਾਂ ਮੂੰਗਫਲੀ ਦੇ ਜਿਹੜੇ ਥੱਲੇ ਬੀਜ ਪੈਦਾ ਨੂੰ ਖਾ ਕੇ ਗੁਜ਼ਾਰਾ ਕਰੀਏ ਜੀ। ਅਜਹੋ ਬੇਕਾਰ ਨਾ ਛੋਡਈ, ਪਾਪੀ ਮਨ ਮੰਦਾ। ਭਗਤ ਕਬੀਰ ਸਾਹਿਬ ਕਥਨ ਕਰਦੇ ਆ, ਇਸ ਤਰੀਕੇ ਦੇ ਨਾਲ ਵੀ ਜਿਹੜਾ ਮਨ ਆ ਨਾ
ये पापी है, बड़ा माड़ा है, इहो मन लोचा बुराइयां गुर शब्दी इहो मन घोड़ी है। घर छड्डिया मन जिहड़ा वस विच नहीं आउंदा। जे अन्न पदार्थ छड्ड दईए, 36 प्रकार के पदार्थों का त्याग कर दईए तो कंध मूल खा के गुजारा करिए, फिर भी मन जिहड़ा विकारां तो रहत नहीं हुंदा। जिहड़े विकार ने मन का जिहड़ा, जे मन पापी ही है मैं काम वसाए, जे हिरदे दे विच वासना है तो मनुख पाप करदा आ। महाराज कहन लगे वासना जिहड़ी है इस तरीके नाल नहीं हुंदी। मन बस आवे नानका जे पूर्ण किरपा होए, वाहिगुरू किरपा करे तां ये जिहड़ा मन आ गुर चरनां नाल जुड़दा, वासना तो रहत हुंदा है। सतगुरां दी पाक पवित्र बाणी दी विचार जिहड़ी आ ओह अजे बाकी है, समां जिहड़ा समाप्त होया। रहिंदी विचार जिहड़ी आ सतगुरां दी किरपा सदका आउण वाले दिनां च होनी है। क्यों छूटूं कैसे तरूं, भव जल निध भारी, राख राख मेरे बिठला जन सरन तुमारी रखाओ। हे अकाल पुरख वाहिगुरू सानू अपनी शरण विच रखना कर, तां कि असीं ये दुनिया दे विच रहिंदियां जिहड़े विकारां दी दुनिया तो बच सकीए, तेरे नाम बाणी नाल जुड़ सकीए। सतगुरां दे पाक पवित्र शब्द दी विचार करदिआं होइआं भुੱਲਾਂ दी खिमा बख्शणी जी। धन्नवाद ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ। ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਕਿਰਪਾ ਕੀਤੀ ਹੈ। आओ आखिर वाले बचन पढ़ के समाप्ति करिए जी। गृह तज बन खंड जाइया, चुन खाइया कंदा, अजो बेकार ना छोड़ई, पापी मन मंदा। वाहिगुरु जी का खालसा, वाहिगुरु जी की फतेह। सोए अचिंता जाग अचिंता, जहाँ कहाँ प्रभु तू वर्तलता, जहाँ कहाँ प्रभु तू वर्तलता, जहाँ कहाँ प्रभु तू वर्तलता, जहाँ कहाँ प्रभु तू वर्तलता। हर सुख बसिया बाहर सुख पाया, बाहर सुख पाया, हर सुख बसिया बाहर सुख पाया, बाहर सुख पाया। कहो नानक गुर मंत्र दृढ़ा,